गुरु कै। जन्म मरण दुख जाए सतनाम। श्री वाहिगुरु जी तनासरी महला पंजवा। तुम दाते ठाकुर प्रतपालक नायक खसम हमारी। निमख निमख तुम ही प्रतपालो हम बारक तुमरे तारे। तुम दाते ठाकुर प्रतपालक नायक खसम हमारे। निमख निमख तुम ही प्रतपालो हम बारक तुमरे तारे। जिह्वा एक कवन गुण कहिए बेशुमार बेअंत स्वामी। तेरो अंत ना कि नहीं लहिए रहाओ। कोट पराध हमारे खंडो अनेक विधि समझावो। हम अज्ञान अल्प मत थोरी तुम अपन बिरद रखावो। तुमरी शरण तुम्हारी आसा तुम ही सज्जन सोहेले। रखो रखनिहार दयाला नानक कर के गोले। तुमरी शरण तुम्हारी आसा तुम ही सज्जन सोहेले। रखो रखनिहार दयाला नानक कर के गोले। वाहिगुरु जी का खालसा वाहिगुरु जी की फतेह। सतगुरु गुरु गरीब निवाज चवर छत्र तखत दे मालिक धन धन साहिब श्री गुरु ग्रंथ साहिब महाराज सच्चे पातशाह जी दी पावन और पवित्र गुरगोद विच गदरी बाबियां दे इतिहासक स्थान गुरुद्वारा साहिब स्टॉकटन विखे जिथे कि लगभग धन श्री गुरु ग्रंथ साहिब महाराज सच्चे पातशाह जी की पावन बाणी इस महान बाणी का प्रकाश होया नूं 100 साल तो भी वध समा हो गया। 100 साल तो भी वध, जो कि महान शहीदां दी ये धरती है, शहीदां दा अस्थान है। गुरु ग्रंथ साहिब महाराज हर एक जगह ने उन्हां दी बाणी हर एक जगह है, पर किसी घर का माहौल कुछ इदां दा हुंदा है कि उहदी वाइब्रेशन तो बंदा बड़ा प्रभावित हुंदा है। जिस घर दे विच अत दा कलेश झगड़ा होवे ना, उस घर का माहौल है जिहड़ा तुहानूं आटोमैटिक अपने आप ही पता लग जाता है। ते जिस घर दे विच प्यार अथाह होवे, बाणी दा जाप सिमरन होवे, तो उस घर दे विच भी दिल वखरा ही लगता है। मैं जिहड़ी बेनती कर लगा 100 साल तो भी वध समा हो गया इस स्थान ते गुरु साहिब जी दे प्रकाश होया नूं। उदों तो लैके हुण तक पावन बाणी दे प्रवाह चल ही रहे ने। सहज पाठ दे रूप दे विच
ਅਖੰਡ ਪਾਠ ਸਾਹਿਬ ਦੇ ਰੂਪ ਦੇ ਵਿੱਚ, ਕੀਰਤਨ ਦੇ ਰੂਪ ਦੇ ਵਿੱਚ, ਨਿਤਨੇਮ ਦੇ ਰੂਪ ਦੇ ਵਿੱਚ, ਤੇ ਆਪ ਸਾਰੀਆਂ ਸੰਗਤਾਂ ਔਰ ਗੁਰੂ ਦੀ ਬਖਸ਼ਿਸ਼ ਸਦਕਾ, ਗੁਰੂ ਦੀ ਰਹਿਮਤ ਤੇ ਸਹਿਯੋਗ ਸਦਕਾ ਸੇਵਾ ਦੇ ਵੀ ਪ੍ਰਵਾਹ ਚੱਲ ਰਹੇ ਨੇ। ਔਰ ਮੈਂ ਕਹਿੰਦਾ ਇਹ ਕਿਰਪਾ ਜਾਂ ਬਖਸ਼ਿਸ਼ ਜਾਂ ਕਰਾਮਾਤ ਨਹੀਂ ਤੇ ਹੋਰ ਕੀ ਹੈ ਕਿ ਕਰੋਨੇ ਵਰਗੀ ਮਹਾਨ ਭਿਆਨਕ ਬਿਮਾਰੀ ਕਰਕੇ ਲਗਭਗ ਪੂਰੇ ਅਮਰੀਕਾ ਦੇ ਵਿੱਚ ਸਾਰੇ ਗੁਰਦੁਆਰੇ ਬੰਦ ਨੇ। ਤੇ ਜਦੋਂ ਦੀ ਇਹ ਬਿਮਾਰੀ ਚੱਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗੁਰਦੁਆਰਾ ਇਦਾਂ ਹੀ ਹੈ, ਕੋਈ ਇਹ ਬੰਦ ਨਹੀਂ ਹੋਇਆ। ਲੰਗਰ ਥੋੜਾ ਬਹੁਤਾ ਜ਼ਰੂਰ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਵੀ ਬਹੁਤਾ ਇਕੱਠ ਨਾ ਹੋਵੇ, ਪਰ ਇਹ ਦਰਬਾਰ ਬਿਲਕੁਲ ਬੰਦ ਨਹੀਂ ਹੋਇਆ। ਇਦਾਂ ਹੀ ਲਗਾਤਾਰ ਰੋਜ਼ ਨਿਤਨੇਮ ਹੁੰਦਾ, ਸਵੇਰੇ ਹੁੰਦਾ, ਸ਼ਾਮ ਹੁੰਦਾ, ਔਰ ਇਸੇ ਤਰ੍ਹਾਂ ਥੋੜੇ ਥੋੜੇ ਪ੍ਰੋਗਰਾਮ ਚੱਲ ਹੀ ਰਹੇ ਨੇ। ਇਹ ਗੁਰੂ ਦੀ ਬਖਸ਼ਿਸ਼ ਹੀ ਕਹਿ ਸਕਦੇ ਹਾਂ। ਸੋ ਅੰਮ੍ਰਿਤ ਵੇਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਕਾਸ਼ਮਾਨ ਰੂਪ ਦੇ ਵਿੱਚ ਜਿਹੜਾ ਮੁੱਖ ਵਾਕ, ਜਿਹੜਾ ਸ਼ਬਦ ਤੁਸੀਂ ਸਾਹਮਣੇ ਸਕਰੀਨ ਤੇ ਦਰਬਾਰ ਸਾਹਿਬ ਦੇ ਅੰਦਰ ਆਉਂਦਿਆਂ ਸੱਜੇ ਹੱਥ ਸਕਰੀਨ ਲੱਗੀ ਹੈ, ਉਹਦੇ ਉੱਪਰ ਇਹ ਮੁੱਖ ਵਾਕ ਤੁਸੀਂ ਪੜ੍ਹ ਵੀ ਸਕਦੇ ਹੋ। ਮੁੱਖ ਵਾਕ ਫੁਰਮਾਨ ਕਹਿ ਲਓ, ਗੁਰੂ ਦੇ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਬਾਣੀ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਪ੍ਰਕਾਸ਼ ਹੁੰਦੇ ਨੇ, ਉਹ ਮੁੱਖ ਵਾਕ, ਉਹ ਸ਼ਬਦ ਹਰ ਇੱਕ ਉਸ ਮਨੁੱਖ ਦੇ ਲਈ, ਮਾਨਵਤਾ ਲਈ, ਹਰ ਇੱਕ ਪ੍ਰਾਣੀ ਦੇ ਲਈ ਇੱਕ ਉਪਦੇਸ਼, ਇੱਕ ਸੰਦੇਸ਼, ਇੱਕ ਇਸ਼ਾਰਾ ਹੁੰਦਾ ਹੈ। ਪਰ ਇਸ਼ਾਰਾ ਉਹੀ ਸਮਝਦਾ ਹੈ ਜਿਹੜਾ ਇੰਜ ਕਹਿ ਲਓ ਕਿਸੇ ਨੂੰ ਕੋਈ ਪਿਆਰ ਕਰਦਾ ਹੈ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨੂੰ ਪਿਆਰ ਕਰਦੇ ਹਾਂ ਤਾਂ ਉਹ ਮੁੱਖ ਵਾਕ ਦੇ ਵਿੱਚ ਜੋ ਸਤਿਗੁਰੂ ਇਸ਼ਾਰਾ ਕਰ ਜਾਂਦੇ ਨੇ, ਵੇਖੋ ਕਹਿਣਾ ਉਹਨੂੰ ਪੈਂਦਾ ਹੈ, ਹਲੂਣਾ ਉਹਨੂੰ ਦੇਣਾ ਪੈਂਦਾ ਹੈ ਜਿਹਦੇ ਨਾਲ ਤੁਹਾਡੀ ਜਾਣ ਪਹਿਚਾਣ ਨਹੀਂ। ਇੱਕ ਮਾਸੂਮ ਬੱਚਾ ਹੈ, ਉਹਦੀਆਂ ਮਾਂ ਪਿਓ ਦੇ ਨਾਲ ਆਂਦਰਾਂ ਦੀ ਇੰਨੀ ਕੁ ਸਹਿਮਤੀ ਹੈ ਕਿ ਜਿੰਨਾ ਮਰਜ਼ੀ ਇਕੱਠ ਹੋਵੇ ਘਰ ਦੇ ਵਿੱਚ ਤਾਂ ਉਹ ਬੱਚਾ ਉਹਨਾਂ ਬੀਬੀਆਂ ਦੇ ਵਿੱਚੋਂ ਆਪਣੀ ਮਾਂ ਦੀ ਆਵਾਜ਼ ਝੱਟ ਪਹਿਚਾਣ ਲੈਂਦਾ ਹੈ। ਦੂਜੀ ਉਦਾਹਰਨ ਕਿ ਇੱਕ ਕਮਰੇ ਹਾਲ ਦੇ ਵਿੱਚ ਬਹੁਤ ਲੋਕ ਬੈਠੇ ਹੋਣ, ਵਿਹੜੇ ਵਿੱਚ ਮੇਰੀ ਭੈਣ ਬੀਬੀ ਬੈਠੀ ਹੈ, ਉਸ ਕਮਰੇ ਵਿੱਚ ਸਾਰੇ ਲੋਕ ਬੋਲ ਰਹੇ ਨੇ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਪਤਨੀ ਨੇ ਆਪਣੇ ਪਤੀ ਦੀ ਆਵਾਜ਼ ਝੱਟ ਪਹਿਚਾਨ ਲੈਣੀ ਹੈ। ਮੈਂ ਜਿਹੜੀ ਅਰਜ਼ ਕਰਨ ਲੱਗਾ ਸਾਂ, ਇਸੇ ਤਰ੍ਹਾਂ ਦੁਨੀਆ ਦੇ ਇੰਨੇ ਰੌਲੇ ਦੇ ਵਿੱਚੋਂ ਸਿੱਖਾ, ਜੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਗੁਰੂ ਦੇ ਬੋਲਾਂ ਨੂੰ ਜੇ ਨਹੀਂ ਨਾ ਸਮਝ ਰਿਹਾ, ਇਹਦਾ ਮਤਲਬ ਅਜੇ ਗੁਰੂ ਦੇ ਨਾਲ ਤੇਰਾ ਪੂਰਨ ਰੂਪ ਦੇ ਵਿੱਚ ਸੰਦੇਹ ਨਹੀਂ। ਸੋ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਰਾਤ ਵੀ ਲਗਭਗ 12:30 ਵਜੇ ਤੱਕ ਪ੍ਰੋਗਰਾਮ ਚੱਲਿਆ, ਬੇਅੰਤ ਸੰਗਤ ਸੀ। ਸਭ ਨੇ ਲਾਈਵ ਟੈਲੀਕਾਸਟ ਹੋਇਆ ਨੈੱਟ ਦੇ ਮਾਧਿਅਮ ਦੇ ਰਾਹੀਂ, ਕਿਉਂਕਿ ਸਟਾਕਟਨ ਗੁਰਦੁਆਰਾ ਪੇਜ ਬਣਿਆ, ਤੁਸੀਂ ਉਹਨੂੰ ਲਾਈਕ ਕਰਕੇ ਹਰ ਇੱਕ ਪ੍ਰੋਗਰਾਮ ਵੇਖ ਸਕਦੇ ਹੋ, ਸੁਣ ਸਕਦੇ ਹੋ। ਤੁਹਾਨੂੰ ਹਰ ਇੱਕ ਪ੍ਰੋਗਰਾਮ ਦੀ ਘਰੇ ਬੈਠਿਆਂ ਖਬਰ ਮਿਲ ਜਾਣੀ ਹੈ। ਖੈਰ ਸਤਿਗੁਰੂ ਜੀ ਰਹਿਮਤ ਕਰਨ, ਰਾਤ ਆਪਾਂ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸ਼ੁਕਰਾਨਾ ਸਮਾਗਮ ਹੋਏ ਸਨ, ਕਿਉਂਕਿ ਜਿਹੜਾ ਵੀ ਸਾਲ ਆ ਰਿਹਾ ਹੈ, ਹਰ ਇੱਕ ਸਾਲ ਨੇ ਬਦਲ ਜਾਣਾ ਹੈ, ਉਹਨੇ ਪੁਰਾਣਾ ਹੋ ਜਾਣਾ ਹੈ। ਪਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਰੌਸ਼ਨੀ ਵਿੱਚ ਇਸ ਮਨੁੱਖੀ ਜੀਵਨ ਨੂੰ ਪਰਖਦੇ ਹਾਂ ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਕੋਈ ਦਿਨ ਮਾੜਾ ਨਹੀਂ, ਕੋਈ ਵੀ ਰਾਤ ਮਾੜੀ ਨਹੀਂ, ਕੋਈ ਮਹੀਨਾ, ਕੋਈ ਸਾਲ ਮਾੜਾ ਨਹੀਂ। ਸਾਰੀ ਦਿਨ, ਸਾਰੇ ਸਾਲ, ਸਾਰੀਆਂ ਰੁੱਤਾਂ ਥਿੱਤਾਂ ਸਭ ਕੁਝ ਕਹਿੰਦੇ ਚੰਗਾ ਹੀ ਹੈ। ਦਰਅਸਲ ਫਿਰ ਮਾੜਾ ਤੇ ਚੰਗਾ ਕੀ ਆਪਾਂ ਗੁਰਬਾਣੀ ਤੋਂ ਪੁੱਛੀਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਉਹ ਕਹਿੰਦੇ ਨਾਨਕ ਸੋਈ ਦਿਨਸ ਸੁਹਾਵੜਾ। ਸੁਹਾਵੜਾ ਦੇ ਅਰਥ ਨੇ ਅਤੀ ਸੁੰਦਰ, ਬਹੁਤ ਸੋਹਣਾ।
ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿਤ। ਹਰ ਇੱਕ ਦਿਨ ਸੋਹਣਾ, ਹਰ ਇੱਕ ਸਾਲ ਨਵੇਂ। ਵੈਸੇ ਤਾਂ ਕੋਈ ਨਵਾਂ ਸਾਲ ਨਹੀਂ, ਕੋਈ ਨਵਾਂ ਸਾਲ ਨਹੀਂ। ਦਰਅਸਲ ਜਿਹੜਾ ਵੀ ਦਿਨ ਚੜ੍ਹ ਰਿਹਾ ਉਹ ਬੰਦੇ ਲਈ ਹਰ ਇੱਕ ਨਵਾਂ ਹੀ ਹੈ। ਜਿਹੜਾ ਦਿਨ ਬਤੀਤ ਹੋ ਜਾਂਦਾ ਉਹ ਪੁਰਾਣਾ ਹੋ ਜਾਂਦਾ ਹੈ। ਪਰ ਫਿਰ ਵੀ ਆਪਾਂ ਸ਼ੁਕਰਾਨਾ ਕਰ ਰਹੇ ਹਾਂ। ਕਈ ਸੱਜਣ ਕਹਿੰਦੇ ਨਵਾਂ ਸਾਲ ਨਾ ਮਨਾਓ। ਦਰਅਸਲ ਕੋਈ ਸਾਲ ਰੁੱਸਿਆ ਨਹੀਂ ਹੈ ਵੀ ਜਿਹੜਾ ਆਪਾਂ ਮਨਾ ਰਹੇ ਹਾਂ। ਦਰਅਸਲ ਆਪਾਂ ਇਹ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਕਿੰਨੇ ਲੋਕ ਨੇ, ਆ ਕਿਸਾਨ ਵੀਰ ਬੈਠੇ ਨੇ ਆਪਣੇ ਹੱਕਾਂ ਦੇ ਲਈ। ਮੰਗ ਨਹੀਂ ਕਹਿਣਾ ਚਾਹੀਦਾ ਵੀ ਉਹ ਮੰਗ ਮੰਗਦੇ ਨੇ। ਮੰਗ ਉਹ ਹੁੰਦੀ ਹੈ ਜਿਹਦੇ ਉੱਪਰ ਤੁਹਾਡਾ ਹੱਕ ਨਾ ਹੋਵੇ। ਮੰਗ ਤਾਂ ਇੱਕ ਮੰਗਤਾ ਮੰਗਦਾ ਹੈ ਵੀ ਜੇ ਦੇਤੀ ਤਾਂ ਠੀਕ ਹੈ, ਨਹੀਂ ਤੇ ਰਹਿਣ ਦਿਓ। ਹੱਕ, ਉਹ ਆਪਣਾ ਹੱਕ ਮੰਗ ਰਹੇ ਨੇ। ਆਪਣੇ ਹੱਕਾਂ ਦੀ ਲੜਾਈ ਦੇ ਵਾਸਤੇ ਲਗਭਗ ਗਿਣਤੀ ਕਿਸਾਨਾਂ ਦੀ 40 ਤੱਕ ਪਹੁੰਚ ਗਈ ਹੈ, ਜਿਹੜੇ ਵਿਚਾਰੇ 2020 ਦੇ ਵਿੱਚ ਇਸ ਦੁਨੀਆ ਤੋਂ ਅਲਵਿਦਾ ਹੋ ਗਏ ਨੇ, ਪਰ ਮਰਤੇ ਦਮ ਤੱਕ ਆਪਣੇ ਹੱਕਾਂ ਲਈ ਲੜੇ। ਉਹ ਜਿਨ੍ਹਾਂ ਦੇ ਅਸਥਾਨ ਤੇ ਤੁਸੀਂ ਬੈਠੇ ਹੋ ਗਦਰੀ ਬਾਬੇ, ਕਿਹਦਾ ਜੀ ਨਹੀਂ ਕਰਦਾ ਕਿੰਨੇ ਸਾਡੇ ਨੌਜਵਾਨ ਵੀਰ ਭੈਣ ਭਰਾ ਵਿਚਾਰੇ ਕਿਵੇਂ ਹਿੰਦੁਸਤਾਨ ਦੀ, ਪੰਜਾਬ ਦੀ ਧਰਤੀ ਤੋਂ ਆਪਣੇ ਪਰਿਵਾਰ ਦੀ ਪਰਵਰਿਸ਼ ਲਈ ਵੀ ਸਾਡੇ ਮਾਂ-ਪਿਓ ਚੰਗਾ ਜੀਵਨ ਜਿਉਣ। ਕਿਸੇ ਦੀ ਭੈਣ ਵਿਆਹੁਣ ਵਾਲੀ ਹੈ, ਕਿਸੇ ਦਾ ਭਰਾ ਮਜਬੂਰੀ ਵਸ ਅਗਲੇ ਜ਼ਮੀਨ ਤੱਕ ਗਹਿਣੇ ਰੱਖ ਕੇ ਵੇਚ ਕੇ ਇਸ ਮੁਲਕ ਦੇ ਵਿੱਚ ਆਉਂਦੇ ਨੇ। ਉਹਨਾਂ ਲੋਕਾਂ ਦੇ ਸਤਾਏ ਹੋਏ, ਨਹੀਂ ਤੇ ਪੰਜਾਬ ਵਰਗਾ ਤੇ ਦੁਨੀਆ ਤੇ ਮੁਲਕ ਹੈ ਹੀ ਕੋਈ ਨਹੀਂ। ਪੰਜਾਬ ਵਰਗਾ ਕੋਈ ਮੁਲਕ ਨਹੀਂ। ਇੱਥੇ ਅਹਿਸਾਸ ਹੁੰਦਾ ਹੈ ਇਹ ਮੁਲਕ ਸਾਨੂੰ ਤਾਂ ਚੰਗਾ ਲੱਗਦਾ ਵੀ ਹਰ ਇੱਕ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਨੇ ਤੇ ਇੱਥੇ ਇਨਸਾਨ ਦੀ ਤੇ ਇਨਸਾਨੀਅਤ ਦੀ ਕਦਰ ਕੀਤੀ ਜਾਂਦੀ ਹੈ, ਤਾਂ ਚੰਗਾ ਲੱਗਦਾ ਹੈ। ਪਰ ਜਿਹੜੀ ਪੰਜਾਬ ਦੀ ਧਰਤੀ ਹੈ ਉਹਦੇ ਵਰਗੀ ਧਰਤੀ ਪੂਰੇ ਵਰਲਡ ਵਿੱਚ ਨਹੀਂ। ਫਤਿਹਗੜ੍ਹ ਸਾਹਿਬ ਦੀ ਧਰਤੀ, ਗੁਰਦੁਆਰਾ ਜੋਤੀ ਸਰੂਪ ਸਾਹਿਬ, ਜਿੱਥੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦਾ ਜਿੱਥੇ ਸੰਸਕਾਰ ਹੋਇਆ, ਸੂਬਾ ਸਰਹੰਦ ਵਜੀਦ ਖਾਂ ਕਹਿੰਦਾ ਆ ਪਿਆ ਗੁਰੂ ਦਾ ਪਰਿਵਾਰ। ਜੇ ਕਿਸੇ ਵਿੱਚ ਹਿੰਮਤ ਹੈ, ਜੇ ਤਾਕਤ ਹੈ, ਜੇ ਕੋਈ ਅਮੀਰ ਧਨਾੜ ਹੈ, ਕਦੀ ਮਹਿਸੂਸ ਕਰਕੇ ਵੇਖੋ ਘਰ ਦੇ ਵਿੱਚੋਂ ਕਿਸੇ ਪਰਿਵਾਰ ਦੀ, ਰੱਬ ਨਾ ਕਰੇ ਵਾਹਿਗੁਰੂ ਨਾ ਕਰੇ, ਕਿਸੇ ਦੀ ਮੌਤ ਹੁੰਦੀ ਹੈ, ਕੋਈ ਚਲਿਆ ਜਾਂਦਾ ਹੈ, ਉਹਨੂੰ ਚੁੱਕ ਕੇ ਜਦੋਂ ਲੈ ਜਾਂਦੇ ਨੇ ਤੇ ਘਰ ਵਾਲਿਆਂ ਦੇ ਕਿੱਦਾਂ ਹੌਲ ਪੈਂਦੇ ਨੇ। ਪਤਾ ਵੀ ਹੈ ਵੀ ਜਿੱਥੇ ਲੈ ਕੇ ਗਏ ਨੇ ਉਹ ਜਗ੍ਹਾ ਸੇਫ ਹੈ। ਪਰ ਕਦੀ ਗੁਰੂ ਦੇ ਪਰਿਵਾਰ ਵੱਲ ਆਪਾਂ ਤੱਕ ਕੇ ਵੇਖੀਏ, ਜਿਸ ਗੁਰੂ ਨੇ ਇਸ ਦੇਸ਼ ਲਈ, ਧਰਮ ਲਈ ਸਭ ਕੁਝ ਕੁਰਬਾਨ ਕੀਤਾ, ਤੇ ਜਦੋਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਉਹਨਾਂ ਨੂੰ ਚਿਣਨਾ ਸ਼ੁਰੂ ਕੀਤਾ। ਥੋੜਾ ਜਿਹਾ ਆਪਾਂ ਪਿੱਛੋਂ ਪ੍ਰਸੰਗ ਨੂੰ, ਇਤਿਹਾਸ ਨੂੰ ਵਾਚ ਲਈਏ, ਕਿਉਂਕਿ ਆਪਾਂ ਉਹਨਾਂ ਨੂੰ ਕਹਿੰਦੇ ਆ ਬਾਬਾ ਅਜੀਤ ਸਿੰਘ। ਦਰਅਸਲ ਬਾਬਾ ਕਿਸੇ ਉਮਰ ਦਾ ਨਾਮ ਨਹੀਂ ਹੁੰਦਾ। ਸਾਡੇ ਸਮਾਜ ਵਿੱਚ, ਸਾਡੇ ਸੱਭਿਅਕ ਭਾਸ਼ਾ ਦੇ ਵਿੱਚ, ਪਰਿਵਾਰ ਵਿੱਚ ਅਸੀਂ ਬਾਬਾ ਕਹਿੰਦੇ ਆ ਵੀ ਜਿਹੜਾ ਸਾਡੇ ਪਿਤਾ ਦਾ ਪਿਤਾ ਹੋਵੇ ਉਹਨੂੰ ਆਪਾਂ ਬਾਬਾ ਕਹਿੰਦੇ ਆ, ਦਾਦਾ ਕਹਿੰਦੇ ਆ ਉਮਰ ਕਰਕੇ। ਉੱਥੇ ਬਾਬਾ ਆਖਿਆ ਜਾਂਦਾ ਉਮਰ ਕਰਕੇ। ਗੁਰਮਤ ਦੇ ਵਿੱਚ ਬਾਬਾ ਆਖਿਆ ਜਾਂਦਾ ਕਮਾਈ ਨੂੰ। ਜਿੱਦਾਂ ਤੁਸੀਂ ਵੀ ਸਾਨੂੰ ਬਾਬਾ ਕਹਿ ਦਿੰਦੇ ਹੋ, ਬਾਬਾ ਜੀ, ਭਾਵੇਂ ਉਮਰ ਛੋਟੀ ਭਾਵੇਂ ਵੱਡੀ, ਤੁਸੀਂ ਬਾਬਾ ਇਸ ਲਈ ਨਹੀਂ ਕਹਿੰਦੇ ਵੀ ਮੇਰੀ ਉਮਰ ਛੋਟੀ ਹੈ ਜਾਂ ਵੱਡੀ ਹੈ। ਤੁਸੀਂ ਬਾਬਾ ਤਾਂ ਕਹਿੰਦੇ ਹੋ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭਾਈ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਤੁਸੀਂ ਬਾਣੀ ਸੁਣਾਉਂਦੇ ਹੋ, ਤੁਸੀਂ ਗੁਰੂ ਦੀ ਬਾਣੀ ਰੋਜ਼ ਪੜ੍ਹਦੇ ਹੋ। ਅੰਮ੍ਰਿਤ ਵੇਲੇ ਜਿਸ ਸਮੇਂ ਲੋਕ ਸੁੱਤੇ ਹੁੰਦੇ ਨੇ, ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੀਸ ਤੇ ਲੈ ਕੇ ਪ੍ਰਕਾਸ਼ ਕਰਦੇ ਹੋ, ਅਸੀਂ ਤਾਂ ਤੁਹਾਨੂੰ ਬਾਬਾ ਕਹਿੰਦੇ ਹਾਂ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ, ਬਾਬਾ ਨਾਮ ਕਮਾਈ ਦਾ, ਜਿਹਦੀ ਕਮਾਈ ਬਹੁਤ ਵੱਡੀ ਹੋਵੇ। ਕਿਉਂਕਿ ਜੇ ਉਮਰ ਦੀ ਗੱਲ ਕਰੀਏ ਤੇ ਬਾਬਾ ਅਜੀਤ ਸਿੰਘ ਜੀ ਦੀ ਉਮਰ ਲਗਭਗ 18 ਕੁ ਸਾਲਾਂ ਦੀ ਹੈ। ਬਾਬਾ ਜੁਝਾਰ ਸਿੰਘ ਦੀ ਉਮਰ ਲਗਭਗ ਤਕਰੀਬਨ 14 ਕੁ ਸਾਲਾਂ ਦੀ ਹੈ। ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਲਗਭਗ 7 ਸਾਲਾਂ ਦੀ ਹੈ। ਕਈਆਂ 9 ਸਾਲ ਵੀ ਲਿਖੇ,
7 ਤੇ 9 ਕੋਈ ज़्यादा उम्र नहीं। ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਤਕਰੀਬਨ 5.5 ਸਾਲ ਦੇ ਵਿਚਾਲੇ ਹੈ। ਕਿੰਨੀ ਕੁ ਉਮਰ ਹੈ? ਚਾਰੇ ਸਾਹਿਬਜ਼ਾਦੇ 20 ਸਾਲ ਤੋਂ ਥੱਲੇ ਹੀ ਹਨ। ਇੱਥੇ ਗੱਲ ਉਮਰ ਦੀ ਨਹੀਂ, ਇੱਥੇ ਗੱਲ ਹੈ ਕਮਾਈ ਦੀ। ਜਿਸ ਵਕਤ ਸੂਬਾ ਸਰਹੰਦ ਵਜੀਦ ਖਾਂ ਚਮਕੌਰ ਦੀ ਗੜੀ ਦੇ ਵਿੱਚੋਂ ਹਾਰ ਕੇ ਆਪਣੀ 10 ਲੱਖ ਫੌਜ ਨਮੋਸ਼ੀ ਦੇ ਨਾਲ ਜਦੋਂ ਉਹ 8 ਪੋਹ ਨੂੰ ਪਹੁੰਚਿਆ ਸੀ ਨਾ ਸੂਬਾ ਸਰਹੰਦ ਵਜੀਦ ਖਾਂ ਸਰਹੰਦ ਵਿਖੇ, ਤਾਂ ਬੜੀ ਨਮੋਸ਼ੀ ਸੀ, ਬੜਾ ਉਹਦਾ ਮੂੰਹ ਬਣਿਆ ਸੀ, ਬੜਾ ਹੀ ਉਹ ਜ਼ਿਆਦਾ ਦੁਖੀ ਸੀ। ਤੇ ਜਦੋਂ ਉਹਦੇ ਕੰਨਾਂ ਦੇ ਵਿੱਚ ਖਬਰ ਪਈ, ਕਿਸੇ ਨੇ ਆਵਾਜ਼ ਦੇ ਕੇ ਆਖਿਆ, ਸੂਬਾ ਸਰਹੰਦ ਵਜੀਦ ਖਾਂ ਨਵਾਬ ਸਾਹਿਬ, ਬੜੀ ਖੁਸ਼ੀ ਦੀ ਗੱਲ ਹੈ। ਉਹ ਕਹਿੰਦਾ ਜਾਓ ਪਰੇ ਹੋ ਜੋ, ਕੋਈ ਖੁਸ਼ੀ ਦੀ ਗੱਲ ਨਹੀਂ, ਮੇਰੇ ਵਾਸਤੇ ਤਾਂ ਚੱਪਣੀ ਵਿੱਚ ਨੱਕ ਡਬੋ ਕੇ ਮਰਨ ਵਾਲੀ ਗੱਲ ਹੈ। ਉਹ ਗੁਰੂ ਗੋਬਿੰਦ ਸਿੰਘ 40 ਸਿੰਘਾਂ ਦੇ ਨਾਲ ਸਾਡੀ 10 ਲੱਖ ਫੌਜ ਦੇ ਨਾਲ ਟਕਰਾ ਕੇ 40 ਦੇ ਵਿੱਚੋਂ ਫਿਰ ਵੀ ਕੁਝ ਬਚਾ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲ ਗਿਆ, ਤੇ ਤੁਸੀਂ ਕਿਹੜੀ ਖੁਸ਼ੀ ਦੀ ਗੱਲ ਕਰਦੇ ਪਏ ਹੋ? ਵੇਖੋ ਗੁਰਮੁਖੋ, ਇੱਥੇ ਆਪਾਂ ਰਹਿੰਦੇ ਆ, ਜਦੋਂ ਸਾਨੂੰ ਟਿਕਟ ਮਿਲਦੀ ਹੈ, ਤੁਹਾਨੂੰ ਸਭ ਨੂੰ ਪਤਾ, ਸਾਰੇ ਇਸ ਦੌਰ ਵਿੱਚੋਂ ਲੰਘੇ ਹੋ, ਪੁਲਿਸ ਵਾਲਾ ਜਦੋਂ ਆਪਣੀਆਂ ਲਾਈਟਾਂ ਲਾ ਦਿੰਦਾ ਤੇ ਗੱਡੀ ਚਲਾਉਂਦਿਆਂ ਸਭ ਦੇ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਨੇ। ਤੇ ਜਿੱਥੇ 20 ਸਾਲ ਤੋਂ ਥੱਲੇ ਥੱਲੇ ਉਮਰ ਹੈ ਚਾਰੇ ਸਾਹਿਬਜ਼ਾਦਿਆਂ ਦੀ, 10 ਲੱਖ ਦੀ ਫੌਜ ਹੋਵੇ, ਜਿਹੜੇ ਬਾਹਰ ਖਲੋਤੇ ਨੇ, ਜਿਹੜੇ ਕਹਿੰਦੇ ਨੇ ਤੁਸੀਂ ਗੜੀ ਦਾ ਦਰਵਾਜ਼ਾ ਖੋਲੋ ਤੇ ਸਹੀ। ਜੇ ਕਹਿੰਦੇ 10 ਲੱਖ, ਇੱਕ ਵਿਦਵਾਨ ਨੇ ਲਿਖੀ ਹੈ ਗੱਲ, ਕਹਿੰਦੇ 10 ਲੱਖ ਇੰਨਾ ਕੁ ਟਿੱਡੀ ਦਲ ਹੈ, ਕਹਿੰਦੇ ਜੇ ਇੱਕ ਇੱਕ ਮੁੱਠੀ ਮਿੱਟੀ ਦੀ ਭਰ ਕੇ ਜੇ ਚਮਕੌਰ ਦੀ ਗੜੀ ਦੇ ਵੱਲ ਵੀ ਮਾਰਨ ਤਾਂ ਉਹ ਉਹਨਾਂ ਮੁੱਠੀਆਂ ਦੇ ਨਾਲ, ਮਿੱਟੀ ਨਾਲ ਉਸ ਗੜੀ ਨੂੰ ਥੱਲੇ ਦੱਬ ਸਕਦੇ ਨੇ, ਵੀ ਇੰਨੀ ਸੈਨਾ ਹੈ। ਇੱਥੇ ਕੋਈ ਪੁਲਿਸ ਵਾਲਾ ਜਾਂ ਕਿਤੇ ਵੀ ਪੰਜਾਬ ਦੀ ਧਰਤੀ ਤੇ ਸਾਨੂੰ ਕੋਈ ਘੇਰ ਲਵੇ ਤਾਂ ਬੰਦਾ ਕੰਬਣਾ ਸ਼ੁਰੂ ਕਰ ਦਿੰਦਾ ਹੈ, ਨਾਲੇ ਉਹਨੇ ਕੁਝ ਨਹੀਂ ਕਹਿਣਾ। ਪਰ ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਤੇ 40 ਸਿੰਘ ਨੇ, 5 ਪਿਆਰੇ ਨੇ ਉਸ ਗੜੀ ਦੇ ਵਿੱਚ। ਪਿਛਲੇ ਦਿਨੀ ਸਾਰਾ ਇਤਿਹਾਸ ਵਾਚਿਆ ਆਪਾਂ। ਸਤਿਗੁਰਾਂ ਨੇ ਆਪ ਇਹ ਗੱਲ ਜਫਰਨਾਮੇ ਵਿੱਚ ਲਿਖੀ ਹੈ ਕਿ ਸੂਬਾ ਸਰਹੰਦ ਵਜੀਦ ਖਾਂ ਐ ਔਰੰਗਜ਼ੇਬ ਹੱਥ ਦੇ ਵਿੱਚ ਤਲਵਾਰ ਚੁੱਕਣੀ, ਮਾਲਾ ਰੱਖ ਕੇ ਹੱਥ ਵਿੱਚ ਤਲਵਾਰ ਚੁੱਕਣੀ ਮੇਰਾ ਕੋਈ ਸ਼ੌਂਕ ਨਹੀਂ ਸੀ। ਮੈਂ ਤਾਂ ਆਨੰਦਪੁਰ ਦੀ ਧਰਤੀ ਤੇ ਬੜੇ ਹੀ ਆਨੰਦ ਦੇ ਨਾਲ ਬੈਠਾ ਸਾਂ, ਆਨੰਦ ਲੈ ਰਿਹਾ ਸਾਂ, ਲੋਕਾਂ ਨੂੰ ਆਨੰਦ ਵੰਡ ਰਿਹਾ ਸਾਂ। ਪਰ ਕਹਿੰਦੇ ਤੁਸੀਂ ਲੋਕਾਂ ਨੇ ਸਾਡੇ ਆਨੰਦ ਦੇ ਵਿੱਚ ਭੰਗਣਾ ਪਾਈ, ਤਲਵਾਰ ਚੁੱਕਣ ਵਾਸਤੇ ਤੁਸੀਂ ਸਾਨੂੰ ਇੰਨਾ ਕੁ ਮਜਬੂਰ ਕਰ ਦਿੱਤਾ। ਪਹਿਲੋਂ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਬੱਚੇ ਸਾਡੇ ਤੋਂ ਵਿਛੜ ਗਏ, ਪਰਿਵਾਰ ਅਲੱਗ ਹੋ ਗਿਆ, ਤੇ ਵਿਦਿਆ ਸਾਗਰ ਜੀ ਦਾ ਵਜਨ, ਜੀ ਦਾ ਵੇਟ ਲਗਭਗ ਇਤਿਹਾਸ ਵਿੱਚ 9 ਮਣ ਲਿਖਿਆ, ਕੀਮਤੀ ਦੁਸ਼ਾਲੇ ਇਤਿਹਾਸਕ ਗ੍ਰੰਥ ਸਭ ਸਰਸਾ ਦੀ ਭੇਟ ਹੋ ਗਏ। ਅਸੀਂ ਫਿਰ ਵੀ ਬਹੁਤਾ ਕੁਝ ਨਹੀਂ ਬੋਲੇ, ਪਰ ਤੁਸੀਂ ਹੁਣ ਆ ਕੇ ਇਸ ਗੜੀ ਨੂੰ ਘੇਰਾ ਪਾ ਲਿਆ। ਇੱਕ ਬੰਨੇ ਅਸੀਂ 40 ਆ, ਭੁੱਖਣ ਭਾਣੇ ਵੀ ਆ, ਪਰ ਹਾਂ ਰੱਬ ਦੀ ਰਜ਼ਾ ਦੇ ਵਿੱਚ, ਕਿਉਂਕਿ ਪਹਿਲੇ ਜਾਮੇ ਵਿੱਚ ਸਤਿਗੁਰੂ ਆਪਣੀ ਬਾਣੀ ਵਿੱਚ ਉਹ ਬਚਨ ਕਹਿ ਕੇ ਆ ਗਏ ਨੇ, ਕੇਤਿਆਂ ਦੁੱਖ ਭੂਖ ਸੱਦ ਮਾਰ, ਭਾਵ ਹੈ ਮਾਲਕ ਵਾਹਿਗੁਰੂ ਜੀ, ਭਾਵੇਂ ਦੁੱਖ ਹੈ ਤੇ ਭਾਵੇਂ ਭੁੱਖ ਹੈ, ਇਹ ਸਭ ਇਹ ਵੀ ਤੇਰੀ ਬਖਸ਼ਿਸ਼ ਹੀ ਹੈ, ਇਹ ਵੀ ਤੇਰੀ ਕਿਰਪਾ ਹੀ ਸਮਝੀ ਹੈ। ਬੰਦਾ ਰੱਜਿਆ ਪੁੱਜਿਆ ਵੀ ਰੱਬ ਨੂੰ ਉਲਾਂਭੇ ਦੇ ਰਿਹਾ ਹੈ। ਉਹ 40 ਭੁੱਖਣ ਭਾਣੇ ਵੀ ਕਹਿੰਦੇ ਨੇ ਤੇਰਾ ਸ਼ੁਕਰ ਹੈ। ਬੰਦੇ ਦੇ ਕੋਲ ਸਭ ਕੁਝ ਹੈ, ਘਰ-ਬਾਰ ਹੈ, ਪਰਿਵਾਰ ਨੇ, ਬੱਚੇ ਨੇ, ਹਰ ਪ੍ਰਕਾਰ ਦੀਆਂ ਸਹੂਲਤਾਂ ਨੇ। ਕਿਸੇ ਨੂੰ ਪੁੱਛ ਕੇ ਵੇਖੋ, ਹਰ ਕੋਈ ਕਹਿੰਦਾ ਮੈਂ ਦੁਖੀ ਬੜਾ ਹਾਂ। ਦਰਅਸਲ ਸਰੀਰਕ ਤੌਰ ਤੇ ਬੰਦੇ ਨੂੰ ਬਾਹਰੋਂ ਦੁੱਖ ਆਉਣਗੇ, ਕਿਉਂਕਿ ਸਰੀਰ ਦਾ ਇੱਕ ਨਿਯਮ ਹੈ। ਭਾਵੇਂ ਤੁਸੀਂ ਬਾਣੀ ਪੜੋ ਤੇ ਭਾਵੇਂ ਨਾ ਪੜੋ, ਭਾਵੇਂ ਗੁਰਦੁਆਰੇ ਆਓ ਭਾਵੇਂ ਨਾ ਆਓ, ਸਰੀਰਕ ਦੁੱਖ ਆਉਣੇ ਹੀ ਆਉਣੇ ਨੇ, ਕਿਉਂਕਿ ਇਹ ਸਰੀਰ ਦਾ ਇੱਕ ਨਿਯਮ ਹੈ। ਗੁਰੂਆਂ ਨੂੰ ਵੀ ਆਏ ਨੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਇੰਨੇ ਕੁ ਮਹਾਨ ਨੇ,
ਜੇ ਉਹ ਚਾਹੁੰਦੇ ਤਾਂ ਤੱਤੀ ਤਵੀ ਦੇ ਵੱਲ ਨੇਤਰ ਕਰਦੇ ਤੇ ਉਹਨੂੰ ਠਾਰ ਸਕਦੇ ਸਨ। ਸਤਿਗੁਰੂ ਚਾਹੁੰਦੇ ਉਬਲਦੀ ਦੇਗ ਵੱਲ ਨਜ਼ਰ ਮਾਰਦੇ ਤਾਂ ਪਾਣੀ ਬਿਲਕੁਲ ਬਰਫ਼ ਦੇ ਵਾਂਗ ਜੰਮ ਸਕਦਾ ਸੀ। ਸਤਿਗੁਰੂ ਜੀ ਦ੍ਰਿਸ਼ਟੀ ਕਰਦੇ ਦੀਵਾਨ ਚੰਦੂ ਵਰਗੇ ਕੀ ਨੇ, ਕੱਖ ਵੀ ਨਹੀਂ ਹਨ। ਪਰ ਸਤਿਗੁਰਾਂ ਨੇ ਐਸਾ ਕੀਤਾ ਨਹੀਂ। ਸਤਿਗੁਰੂ ਜੀ ਤੱਤੀ ਤਵੀ ਉਬਲਦੀ ਦੇਗ ਸੀਸ ਵਿੱਚ ਗਰਮ ਰੇਤ ਪਵਾ ਕੇ ਸਾਨੂੰ ਇਹ ਸਿੱਖਿਆ ਦੇ ਗਏ ਕਿ ਇਹ ਸਿੱਖੋ, ਤੁਹਾਡੇ ਤੇ ਮੁਸੀਬਤ ਦੁੱਖ ਜੋ ਵੀ ਆਵੇ ਤੁਸੀਂ ਬਸ ਇਤਿਹਾਸ ਵੱਲ ਨਜ਼ਰ ਮਾਰ ਲਿਓ, ਕਿਉਂਕਿ ਜਜ਼ਬਾਤੀ ਹੋਏ ਤੋਂ ਬਿਨਾ ਕੋਈ ਬੰਦਾ ਕੁਰਬਾਨੀ ਨਹੀਂ ਕਰ ਸਕਦਾ ਤੇ ਇਤਿਹਾਸ ਤੋਂ ਬਿਨਾ ਤੁਹਾਡੇ ਅੰਦਰ ਮਰੀ ਹੋਈ ਜ਼ਮੀਰ ਜਿਹੜੀ ਮਰੀ ਹੋਈ ਜ਼ਮੀਰ ਹੈ ਨਾ, ਉਹ ਅਣਖ ਦੁਬਾਰਾ ਜਾਗਦੀ ਨਹੀਂ। ਇਤਿਹਾਸ ਹੈ ਜਿਹੜਾ ਉਹ ਲੰਘ ਚੁੱਕੇ ਸਮੇਂ ਦੇ ਵਾਂਗ, ਜਿਵੇਂ ਇੱਕ ਸ਼ੀਸ਼ਾ ਹੁੰਦਾ ਹੈ ਨਾ, ਸ਼ੀਸ਼ੇ ਵੱਲ ਤੁਸੀਂ ਵੇਖੋ ਤੇ ਉਹ ਤੁਹਾਡਾ ਪੂਰਾ ਫੇਸ, ਤੁਹਾਡਾ ਚਿਹਰਾ ਤੁਹਾਨੂੰ ਵਿਖਾ ਦੇਗਾ। ਲੰਘ ਚੁੱਕੇ ਸਮੇਂ ਦਾ ਇਤਿਹਾਸ ਇੱਕ ਸ਼ੀਸ਼ੇ ਦੀ ਨਿਆਈ ਹੈ ਤੇ ਤੁਹਾਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਰੱਖ ਦਿੰਦਾ ਹੈ। ਬੇਨਤੀ ਮੈਂ ਕਰਨ ਲੱਗਾ ਸਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉੱਥੇ ਇਹ ਜਿਹੜੇ ਬਚਨ ਤੁਸੀਂ ਪੜ੍ਹਦੇ ਹੋ ਨਾ ਜਫਰਨਾਮੇ ਵਿੱਚ, ਸਭ ਤੋਂ ਪਹਿਲਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਫਰਨਾਮੇ ਦੇ ਵਿੱਚ ਜਿਹੜੀਆਂ 4 ਪੌੜੀਆਂ ਨੇ ਉਹਦੇ ਵਿੱਚ ਔਰੰਗਜ਼ੇਬ ਨੂੰ ਕੁਝ ਨਹੀਂ ਆਖਿਆ। ਉਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ ਹੈ ਕਿ ਔਰੰਗਜ਼ੇਬ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ। ਕਾਮਲ ਕਰਾਮਾਤ ਕਾਇਮ ਰਹੀਮ, ਕਾਮਲ ਕਰਾਮਾਤ ਕਾਮ ਰਾਜਕ ਰਹੀਮ, ਰਜਾ ਬਖਸ਼ੋ, ਭਾਵ ਉਹ ਜਿਹੜਾ ਕਾਮਲ ਹੈ, ਜਿਹੜਾ ਵਲੀ ਅੱਲਾ ਹੈ, ਉਹ ਬੇਅੰਤ ਰਿਜ਼ਕ ਦੇਣ ਵਾਲਾ ਹੈ, ਉਹ ਦਾਤਾਂ ਦੇਣ ਵਾਲਾ ਹੈ। ਮੈਂ ਜੋ ਮੰਗਦਾ ਉਹ ਤੋਂ ਮੰਗਦਾ, ਤੇਰਾ ਮੈਂ ਭਿਖਾਰੀ ਨਹੀਂ। ਕਿਉਂਕਿ ਅੱਜ ਸ਼ਬਦ ਵੀ ਆਇਆ, ਤੁਮ ਦਾਤੇ ਠਾਕੁਰ ਪ੍ਰਤਪਾਲਕ ਮੁਖ ਵਾਕ ਅੰਮ੍ਰਿਤ ਵੇਲੇ ਦਾ। ਤੇ ਸਤਿਗੁਰਾਂ ਨੇ ਜਫਰਨਾਮੇ ਵਿੱਚ ਫਿਰ ਅਗਲੀਆਂ ਪੰਕਤੀਆਂ ਵਿੱਚ ਇਹ ਗੱਲ ਕਹੀ ਸੀ ਕਿ ਔਰੰਗਜ਼ੇਬ ਬਾਲਾਚਾਰਗੀ ਦਰਮਿਆਮ ਆਮਦਮ, ਬਦਤ ਬੀਰੋ ਤੀਰੋ ਤੁਫੰਗ ਆਮਦਮ। ਤੇ ਸਤਿਗੁਰੂ ਕਹਿੰਦੇ ਚੂੰਕਾਰ ਅਜ ਹਮਾ ਹੀਲਤੇ ਦਰ ਗੁਜਸਤ, ਹਲਾਲ ਅਸਤ ਵਰਦਨ ਬਾ ਸ਼ਮਸ਼ੀਰ ਦਸਤ। ਭਾਵ ਮੈਂ ਇੰਨਾ ਕੁ ਮਜਬੂਰ ਤੇ ਇੰਨਾ ਕੁ ਲਾਚਾਰ ਤੁਸੀਂ ਮੈਨੂੰ ਕਰ ਦਿੱਤਾ, ਮੈਨੂੰ ਸ਼ਮਸ਼ੀਰ, ਮੈਨੂੰ ਤਲਵਾਰ ਇਹ ਚੁੱਕਣੀ ਪਈ, ਕਿਉਂਕਿ ਤਲਵਾਰ ਚੁੱਕੇ ਤੋਂ ਬਿਨਾ ਤੁਸੀਂ ਸੁਧਰਨਾ ਨਹੀਂ ਸੀ। ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਬਾਬਾ ਅਜੀਤ ਸਿੰਘ ਜੰਗ ਵਿੱਚ ਸ਼ਹੀਦ ਹੁੰਦੇ ਨੇ, ਬਾਬਾ ਜੁਝਾਰ ਸਿੰਘ ਜੀ ਵੀ ਸ਼ਹਾਦਤ ਪਾ ਜਾਂਦੇ ਨੇ, ਤੇ ਫਿਰ ਉਸ ਸਮੇਂ ਜਿਹੜੇ 5 ਪਿਆਰੇ ਨੇ ਸਿੰਘ ਨੇ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਕੁਝ ਹੋਰ ਗੁਰਸਿੱਖ ਪਿਆਰਿਆਂ ਨੇ ਗੁਰਮਤਾ ਕੀਤਾ, ਦਾਤਿਆਂ ਤੁਸੀਂ ਇੱਥੋਂ ਚਲੇ ਜਾਓ, ਫੌਜ ਸੈਨਾ ਬਹੁਤ ਹੈ, ਤੁਸੀਂ ਨਿਕਲ ਜਾਓਗੇ, ਸਾਡੇ ਵਰਗੇ ਬੇਅੰਤ ਸਜਾ ਲੋਗੇ, ਤੁਸੀਂ ਸ਼ਹੀਦੀ ਪਾ ਗਏ ਤੇ ਪੰਥ ਦੀ ਅਗਵਾਈ ਕੌਣ ਕਰੇਗਾ। ਸਮਾਂ ਹੀ ਇਦਾਂ ਦਾ ਬਣਿਆ ਹੈ। ਸਤਿਗੁਰੂ ਕਹਿੰਦੇ ਨਹੀਂ। ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਤੁਸੀਂ ਵੀ ਮੇਰੇ ਪ੍ਰਾਨਾਂ ਤੋਂ ਪਿਆਰੇ ਸਿੱਖ ਹੋ, ਤੁਸੀਂ ਵੀ ਮੇਰੇ ਪੁੱਤਰ ਹੋ। ਅਖੀਰ ਉਹਨਾਂ ਆਖਿਆ ਤੁਹਾਨੂੰ ਪੰਥ ਹੁਕਮ ਕਰਦਾ ਹੈ। ਹੁਕਮ ਮੰਨਿਆ ਤੇ ਜਿਹੜੀ ਕਲਗੀ ਸੀ ਉਹ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਲਾਈ। ਸਤਿਗੁਰੂ ਤਾੜੀ ਮਾਰ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ। ਇੱਥੋਂ ਤੱਕ ਜਦੋਂ ਜਫਰਨਾਮਾ ਪੜ੍ਹਦੇ ਹੋ ਤੇ ਸਤਿਗੁਰਾਂ ਨੇ ਉੱਚੀ ਆਵਾਜ਼ ਵਿੱਚ ਆਖਿਆ ਸੀ, ਪੀਰੇ ਹਿੰਦ ਮੇ ਰਵਦ, ਪੀਰੇ ਹਿੰਦ ਮੇ ਰਵਦ। 3 ਵਾਰੀ ਇਹ ਬਚਨ ਆਖੇ, ਨਾ ਪੇਚੀ ਦਾ ਮਾਰ, ਨਾ ਸਚੇਦਾ, ਨਾ ਸਚੀਂਦਾ ਤਨ। ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀ ਸੈਨਾ ਹੈ, ਇੰਨਾ ਯੁੱਧ ਹੋ ਰਿਹਾ ਹੈ, ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਨ ਦੇ ਉੱਪਰ ਝਰੀਟ ਤੱਕ ਵੀ ਨਹੀਂ ਆਈ, ਝਰੀਟ ਵੀ ਨਹੀਂ ਆਈ। ਕਿਉਂਕਿ ਜਿਸਨੋਂ ਤੂੰ ਰਖਵਾਲਾ ਮਾਰੇ ਤਿਸ ਕੌਣ। ਕਹਿੰਦੇ ਜਿਹਦਾ ਮਾਲਕ ਵਾਹਿਗੁਰੂ ਰਖਵਾਲਾ ਹੋਵੇ ਨਾ, ਉਹਨੂੰ ਕੋਈ ਨਹੀਂ ਮਾਰ ਸਕਦਾ, ਉਹਨੂੰ ਕੋਈ ਕੁਝ ਨਹੀਂ ਕਰਾ ਸਕਦਾ। ਐਵੇਂ ਆਪਸ ਵਿੱਚ ਲੜਦੇ ਪਏ ਆ, ਉਹਨੇ ਮੈਨੂੰ ਕੁਝ ਕਰਾਤਾ, ਉਹਨਾਂ ਨੇ ਕਰਾ ਦਿੱਤਾ। ਇਸ ਤਰ੍ਹਾਂ ਇਹਨਾਂ ਚੱਕਰਾਂ ਵਿੱਚ ਅਸੀਂ ਪਏ ਹੋਏ ਹਾਂ। ਇੱਕ ਦੂਜੇ ਦੇ ਨਾਲ ਪਰਿਵਾਰਾਂ ਦੇ ਪਰਿਵਾਰ ਲੜ ਰਹੇ ਨੇ, ਕਲੇਸ਼ ਹੋ ਰਿਹਾ, ਮੇਰੇ ਉਹ ਮੱਥੇ ਲੱਗ ਗਿਆ, ਮੇਰੇ ਆਹ ਮੱਥੇ ਲੱਗ ਗਿਆ। ਪਰ ਨਹੀਂ, ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ। ਜੋ ਤੁਹਾਨੂੰ ਮਿਲਣਾ
ਉਹ ਤੁਹਾਨੂੰ ਮਿਲ ਹੀ ਜਾਣਾ ਹੈ, ਜੋ ਤੁਹਾਨੂੰ ਮਿਲਣਾ ਹੈ। ਕਿਉਂਕਿ ਗੁਰਦੇਵ ਬਾਣੀ ਵਿੱਚ ਕਹਿੰਦੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੇ। ਸ਼ੁਕਰ ਕਰੀਏ ਜਿਹੜਾ ਗੁਰੂ ਸਾਨੂੰ ਇਸ ਮੁਲਕ ਵਿੱਚ ਲੈ ਆਇਆ ਨਾ, ਤਾਂ ਇਹਦਾ ਮਤਲਬ ਜੇ ਲੈ ਕੇ ਆਇਆ ਉਹ ਸਾਨੂੰ ਜਾਣ ਨਹੀਂ ਦੇਗਾ। ਉਹ ਸਾਡੇ ਤੇ ਬਖਸ਼ਿਸ਼ਾਂ ਕਿਰਪਾ ਰਹਿਮਤਾਂ ਕਰੇਗਾ, ਪਰ ਉਹਨੂੰ ਭੁੱਲੀਏ ਨਾ। ਜਦੋਂ ਬੰਦੇ ਨੂੰ ਕੁਝ ਨਹੀਂ ਨਾ ਮਿਲਦਾ ਉਦੋਂ ਅਰਦਾਸਾਂ ਕਰਦਾ, ਉਦੋਂ ਨੱਕ ਰਗੜਦਾ। ਜਦੋਂ ਇਹਦੇ ਕੋਲ 4 ਪੈਸੇ $4 ਟਕੇ ਅਮੀਰ ਹੋ ਜਾਂਦਾ, ਧਨਾੜ ਬਣ ਜਾਂਦਾ ਨਾ, ਫਿਰ ਜਿਹੜੇ ਗੁਰੂ ਦੇ ਦਰ ਤੇ ਆ ਕੇ ਨੱਕ ਰਗੜਦਾ ਸੀ, ਉੱਥੇ ਫਿਰ ਨੱਕ ਤਾਂ ਨੂੰ ਕਰਕੇ ਹੰਕਾਰ ਦੇ ਵਿੱਚ ਬੋਲਦਾ ਹੈ। ਹੰਕਾਰ ਵਿੱਚ ਬੰਦਾ ਭੁੱਲ ਜਾਂਦਾ ਉਹ ਦਿਨ ਵੀ ਇਸ ਗੁਰੂ ਤੋਂ ਸਭ ਕੁਝ ਮਿਲਿਆ ਸੀ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਕਲਗੀਧਰ ਦਸ਼ਮੇਸ਼ ਪਿਤਾ ਫਿਰ ਇੱਥੋਂ ਚਮਕੌਰ ਦੀ ਗੜੀ ਵਿੱਚੋਂ ਗਏ ਤੇ ਸਤਿਗੁਰਾਂ ਦੇ ਨਾਲ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਇਹ ਇੱਥੇ ਰਹੇ। ਸਤਿਗੁਰਾਂ ਨੇ ਆਖਿਆ ਸੀ ਤੁਸੀਂ ਸਿੱਧੇ ਇੱਕ ਜਿਹੜਾ ਧਰੂ ਤਾਰਾ ਹੈ ਚੰਦ ਦੀ ਖਿਮਾ ਕਰਨੀ, ਉਸ ਤਾਰੇ ਨੂੰ ਸੇਧ ਰੱਖ ਕੇ ਚੰਦਰਮੇ ਦੀ ਸੇਧ ਬਣਾ ਕੇ ਤੁਸੀਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆਪਾਂ ਮਿਲਾਂਗੇ। ਤੇ ਸਤਿਗੁਰਾਂ ਨੂੰ ਉੱਥੋਂ ਮਿਲੇ ਵੀ। ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ ਕਿ ਜਦੋਂ ਚਮਕੌਰ ਦੀ ਗੜੀ ਦੀ ਸਾਰੀ ਜੰਗ ਦੀ ਸਮਾਪਤੀ ਹੋ ਗਈ ਨਾ, ਤਾਂ ਜਦੋਂ ਦੇਖਿਆ ਕਿ ਸ਼ਹੀਦਾਂ ਦੇ ਸੀਸ ਪਏ ਨੇ, ਸ਼ਹੀਦਾਂ ਦੇ ਧੜ ਪਏ ਨੇ ਬੇਸ਼ੁਮਾਰ, ਤੇ ਲਾਗੇ ਹੀ ਇੱਕ ਨਗਰ ਹੈ, ਉੱਥੋਂ ਦੀ ਰਹਿਣ ਵਾਲੀ ਸੀ ਬੀਬੀ ਹਰਸ਼ਰਨ ਕੌਰ। ਔਰ ਘਰ ਦੇ ਵਿੱਚ ਮਾਂ ਹੈ, ਪਿਤਾ ਇਸ ਦੁਨੀਆ ਤੋਂ ਗੁਜ਼ਰ ਚੁੱਕਿਆ ਹੈ। ਔਰ ਆਪਣੀ ਮਾਂ ਨੂੰ ਕਹਿੰਦੀ ਹੈ, ਮਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਲਈ ਆਪਣਾ ਆਪ ਸਭ ਕੁਝ ਕੁਰਬਾਨ ਕਰ ਦਿੱਤਾ। ਮੇਰੇ ਵੀਰਾਂ ਦੀਆਂ ਸ਼ਹਾਦਤਾਂ ਹੋਈਆਂ ਪਈਆਂ ਨੇ। ਮੇਰਾ ਦਿਲ ਕਰਦਾ ਮੈਂ ਕਿਉਂ ਨਾ ਜਾ ਕੇ ਮੇਰੇ ਵੀਰਾਂ ਦੇ ਭਰਾਵਾਂ ਦੇ ਲਾਸ਼ ਤਾਂ ਘਰ ਦੇ ਵਿੱਚ ਇੱਕ ਭਰਾ ਦੀ ਹੋਵੇ ਤੇ ਉਹ ਵੇਖਣੀ ਮੁਸ਼ਕਲ ਹੈ। ਧੰਨ ਹੈ ਬੀਬੀ ਹਰਸ਼ਰਨ ਕੌਰ। ਉਹ ਕਹਿੰਦੀ ਜੇ ਮੈਂ ਇਹ ਸੇਵਾ ਕਰ ਲਾਂ, ਮਾਂ ਨੇ ਵੀ ਸਿੱਖਿਆ ਦਿੱਤੀ ਕਿ ਜਾ ਧੀਏ, ਸਰੀਰ ਅੱਜ ਹੈ ਕੱਲ ਨਹੀਂ ਨੇ ਨਾਸ ਹੋ ਜਾਣਾ, ਤੂੰ ਜਾ ਕੇ ਇਹ ਸੇਵਾ ਕਰ। ਕਹਿੰਦੇ ਬੀਬੀ ਹਰਸ਼ਰਨ ਕੌਰ ਗਈ ਹੈ ਉਸ ਚਮਕੌਰ ਦੀ ਗੜੀ ਤੋਂ ਬਾਹਰ ਮੈਦਾਨੇ ਜੰਗ ਵਿੱਚ। ਜਿੰਨੇ ਵੀ ਮੁਗਲ ਪਠਾਨ ਨੇ ਉਹ ਆਪਣੀ ਖੁਸ਼ੀ ਦੇ ਵਾਜੇ ਵਜਾ ਰਹੇ ਨੇ, ਖੁਸ਼ ਹੋ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਸੀਂ ਮਾਰ ਦਿੱਤਾ, ਸ਼ਹੀਦ ਕਰ ਦਿੱਤਾ ਹੈ। ਕਿਉਂਕਿ ਭਾਈ ਸੰਗਤ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੂਪ ਚਿਹਰਾ ਸੇਮ ਹੈ, ਇੱਕੋ ਜਿਹਾ ਲੱਗ ਰਿਹਾ ਹੈ। ਪਰ ਜਦੋਂ ਦਿਨ ਚੜ੍ਹਦਾ ਨਾ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਸੂਬਾ ਸਰਹੰਦ ਵਜੀਦ ਖਾਨ ਨੂੰ ਕਿ ਨਹੀਂ, ਗੁਰੂ ਗੋਬਿੰਦ ਸਿੰਘ ਤੇ ਇੱਥੋਂ ਚਲਿਆ ਗਿਆ, ਇਹ ਗੁਰੂ ਗੋਬਿੰਦ ਸਿੰਘ ਨਹੀਂ ਤੇ ਉਹਦਾ ਸਿੱਖ ਭਾਈ ਸੰਗਤ ਸਿੰਘ ਹੈ। ਬੜੀ ਨਮੋਸ਼ੀ ਹੋਈ। ਸੂਬਾ ਸਰਹੰਦ ਵਜੀਦ ਖਾਨ ਪਹੁੰਚ ਜਾਂਦਾ ਸਰਹੰਦ ਦੀ ਧਰਤੀ ਤੇ ਇੱਧਰ ਜਦੋਂ ਉਹ ਤੱਕਦੇ ਨੇ, ਆਪਣੇ ਕੈਂਪਾਂ ਦੇ ਵਿੱਚ ਆਪਣੇ ਤੰਬੂਆਂ ਵਿੱਚ ਬੈਠੇ ਖੁਸ਼ੀ ਮਨਾ ਰਹੇ ਨੇ, ਨਸ਼ਿਆਂ ਦੇ ਵਿੱਚ ਪੂਰੇ ਐਨ ਧੁੱਤ ਨੇ। ਤੇ ਬੀਬੀ ਹਰਸ਼ਰਨ ਕੌਰ ਗਈ ਆਪਣੇ ਭਰਾਵਾਂ ਦੇ, ਵੀਰਾਂ ਦੇ, ਸਿੰਘਾਂ ਦੇ ਸੀਸ ਜਾਂ ਜੋ ਵੀ ਧੜ ਨੇ। ਵੇਖੋ ਬੰਦਾ ਆਪਣੇ ਘਰ ਦਾ ਕੋਈ ਮੈਂਬਰ ਵੀ ਚਲਿਆ ਜਾਏ ਨਾ, ਪਤਾ ਵੀ ਪਿਓ ਹੈ, ਮਾਂ ਹੈ, ਉਹਦੀ ਬੋਡੀ ਤੋਂ ਹੀ ਬੰਦਾ ਡਰਦਾ ਰਹਿੰਦਾ। ਕਿੰਨਾ ਉਹਦੇ ਅੰਦਰ ਬਲ ਹੋਵੇਗਾ, ਕਿੰਨੀ ਅੰਦਰ ਤਾਕਤ ਹੋਵੇਗੀ, ਕਿੰਨਾ ਅੰਦਰ ਗੁਰੂ ਤੇ ਗੁਰੂ ਦੇ ਸਿੱਖਾਂ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਹੋਵੇਗੀ। ਉਹ ਵੀ ਰਾਤ ਦਾ ਸਮਾਂ, ਰਾਤ ਦੇ ਸਮੇਂ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ। ਔਰ ਉਸ ਸਮੇਂ ਗਈ ਤੇ ਸਾਰਿਆਂ ਨੂੰ ਇਕੱਠਿਆਂ ਕਰਕੇ ਜਿੰਨਾ ਵੀ ਉਹਦੇ ਤੋਂ ਹੋਇਆ ਉਹਨੇ ਸਾਰੇ ਸਿੰਘਾਂ ਨੂੰ ਇਕੱਠਿਆਂ ਕੀਤਾ ਤੇ ਅਗਨ ਭੇਟ ਕਰ ਦਿੱਤਾ। ਤੇ ਜਦੋਂ ਉਹਨਾਂ ਨੇ ਵੇਖਿਆ ਨਾ ਜ਼ਾਲਮਾਂ ਨੇ, ਕਹਿੰਦੇ ਇਹ ਅੱਗ ਦਾ ਭਾਂਬੜ ਕਿਹਨੇ ਮਚਾ ਦਿੱਤਾ ਹੈ। ਉਹ ਭੱਜ ਕੇ ਆਏ, ਕਹਿਣ ਲੱਗੇ ਕੌਣ ਹੈ ਤੂੰ? ਉਹ ਕਹਿਣ ਲੱਗੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਧੀ ਹਾਂ। ਅਜੋਕਾ ਸਮਾਂ ਅਸੀਂ ਦੂਜਿਆਂ ਬਾਰੇ ਤਾਂ ਬਹੁਤ ਜਾਣਦੇ ਹਾਂ, ਮੈਂ ਹੁਣ ਦੂਜੇ ਬੰਨੇ ਨਹੀਂ ਜਾਣਾ, ਪਰ ਬੀਬੀ ਹਰਸ਼ਰਨ ਕੌਰ ਬਾਰੇ ਅਸੀਂ ਨਹੀਂ ਜਾਣਦੇ। ਬੀਬੀ ਹਰਸ਼ਰਨ ਕੌਰ ਦੀਆਂ ਅਸੀਂ ਧੀਆਂ ਹਾਂ, ਤੁਸੀਂ ਬੀਬੀਓ। ਕਿਉਂਕਿ ਪੰਜਾਬੀਆਂ ਦੇ ਵਿੱਚ, ਸਿੱਖਾਂ ਦੇ ਵਿੱਚ, ਇਹਨਾਂ ਦੀਆਂ ਨਸਾਂ ਤੇ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਹੀਦਾਂ ਦਾ ਖੂਨ ਹੈ। ਇਸ ਲਈ ਤੇ ਇਹ ਕੌਮ ਕਦੇ ਪਿੱਛੇ ਨਹੀਂ ਹਟਦੀ। ਕਿਸੇ ਸੱਜਣ ਨੇ, ਕੋਈ ਵਕੀਲ ਹੈ ਨੌਜਵਾਨ, ਸ਼ਾਇਦ ਤੁਸੀਂ ਨੈਟ ਤੇ ਵੇਖਿਆ ਹੋਵੇਗਾ, ਉਹ ਕਹਿੰਦਾ ਮੋਦੀਆ ਤੇਰਾ ਵਾਹ ਕਹਿੰਦੇ ਗੁਜਰਾਤੀਆਂ ਨਾਲ ਪਿਆ ਸੀ ਪਹਿਲਾਂ, ਕਹਿੰਦੇ ਹੁਣ ਤੇਰਾ ਵਾਹ ਪੰਜਾਬੀਆਂ ਦੇ ਨਾਲ ਪਿਆ ਹੈ।
ਅਸੀਂ ਇੱਥੋਂ ਮਰ ਤਾਂ ਜਾਵਾਂਗੇ, ਸ਼ਹੀਦ ਤਾਂ ਹੋ ਜਾਾਂਗੇ ਦਿੱਲੀ ਬਾਰਡਰ ਤੇ, ਪਰ ਕਹਿੰਦੇ ਅਸੀਂ ਵਾਪਸ ਨਹੀਂ ਪਰਤਣਾ, ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖੂਨ ਹੈ। ਪੰਜਾਬੀਆਂ ਨੇ, ਸਿੱਖਾਂ ਨੇ ਅੱਜ ਤੱਕ ਹਾਰ ਨਹੀਂ ਮੰਨੀ, ਭਾਵੇਂ ਆਪਣਾ ਆਪ ਹੀ ਕੁਰਬਾਨ ਕਰ ਦੇਣ। ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਹੈ। ਉਹ ਇਤਿਹਾਸ ਪੜ੍ਹਦੇ ਨੇ, ਇਤਿਹਾਸ ਉਹਨਾਂ ਦੇ ਅੰਦਰ ਸਪਰਿਟ ਦੀ ਤਰ੍ਹਾਂ ਉਹਨਾਂ ਨੂੰ ਬਾਰ-ਬਾਰ ਇੰਜ ਕਹਿ ਲਓ ਸੁਚੇਤ ਕਰਦਾ ਹੈ। ਖੈਰ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਬੀਬੀ ਹਰਸ਼ਰਨ ਕੌਰ ਨੇ ਉਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ। ਉਹ ਜ਼ਾਲਮ ਭੱਜ ਕੇ ਤਲਵਾਰਾਂ ਲੈ ਕੇ ਆਏ ਤੇ ਬੀਬੀ ਹਰਸ਼ਰਨ ਕੌਰ ਜਿਹੜੀ ਸ਼ਸਤਰਧਾਰੀ ਸੀ, ਉਹਨੇ ਆਪਣੀ ਤਲਵਾਰ ਮਿਆਨ ਦੇ ਵਿੱਚੋਂ ਕੱਢੀ। ਇਤਿਹਾਸ ਕਹਿੰਦਾ 15-20 ਜਾਣਿਆਂ ਨੂੰ ਝਟਕਾ ਕੇ ਖਤਮ ਕਰਕੇ ਅਖੀਰ ਕਹਿੰਦੇ ਜ਼ਾਲਮਾਂ ਦੀ ਗਿਣਤੀ ਬਹੁਤ ਹੈ। ਜਿੱਥੇ ਉਹਨਾਂ ਸ਼ਹੀਦਾਂ ਦਾ ਸੰਸਕਾਰ ਬੀਬੀ ਆਪਣੇ ਹੱਥਾਂ ਨਾਲ ਕਰ ਰਹੀ ਸੀ। ਵੇਖੋ, ਮਤਾ ਹੁਣ ਇਹ ਨਾ ਸੋਚਿਓ ਕਈ ਸੱਜਣ, ਕਿਉਂਕਿ ਇੱਕ ਗੱਲ ਮੈਨੂੰ ਭੁੱਲਦੀ ਨਹੀਂ, ਮੈਂ ਕਿਤੇ ਕਥਾ ਕਰਦਾ ਸਾਂ ਆਨੰਦ ਕਾਰਜਾਂ ਦੇ ਉੱਪਰ, ਤੇ ਸਾਹਿਬਜ਼ਾਦਿਆਂ ਦੀ ਗੱਲ ਮੈਂ ਕਰ ਦਿੱਤੀ। ਉਹ ਉੱਠ ਕੇ ਘਰ ਵਾਲਾ, ਉਸ ਲੜਕੇ ਦਾ ਪਿਓ, ਕੰਨ ਵਿੱਚ ਕਹਿੰਦਾ, ਗਿਆਨੀ ਜੀ ਕੀ ਕਰ ਰਹੇ ਹੋ? ਮੈਂ ਕਿਹਾ ਤੈਨੂੰ ਨਹੀਂ ਪਤਾ ਲੱਗਦਾ ਕੀ ਹੋ ਰਿਹਾ? ਕਹਿੰਦਾ ਮੇਰਾ ਇੱਕੋ ਇੱਕ ਪੁੱਤ ਹੈ, ਉਹਦਾ ਅੱਜ ਵਿਆਹ, ਉਹਦਾ ਆਨੰਦ ਕਾਰਜ ਹੈ, ਤੇ ਤੁਸੀਂ ਗੱਲਾਂ ਕਰਦੇ ਪਇਓ ਸ਼ਹੀਦਾਂ ਦੀਆਂ। ਤੇ ਮੈਂ ਇਹਨੂੰ ਆਖਿਆ, ਸਰਦਾਰ ਜੀ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਆਪਣੇ ਨੰਨੇ ਮੁੰਨੇ ਮਾਸੂਮ ਬੱਚਿਆਂ ਨੂੰ ਸ਼ਹੀਦ ਨਾ ਕਰਵਾ ਕੇ ਜਾਂਦੇ ਤੇ ਅੱਜ ਤੇਰੇ ਪੁੱਤ ਦਾ ਇੱਥੇ ਵਿਆਹ ਨਹੀਂ ਸੀ ਹੋਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਅਸੀਂ ਉਹਨਾਂ ਸਾਹਿਬਜ਼ਾਦਿਆਂ ਦਾ ਖੁਸ਼ੀ ਦੇ ਮਾਹੌਲ ਵਿੱਚ ਨਾਮ ਲੈਣ ਨੂੰ ਤਿਆਰ ਨਹੀਂ। ਅਸੀਂ ਖੁਸ਼ੀ ਕਿਹਨੂੰ ਸਮਝਦੇ ਹਾਂ? ਕੱਲਾ ਨਵਾਂ ਸਾਲ ਨੂੰ ਅਸੀਂ ਖੁਸ਼ੀ ਸਮਝਦੇ ਹਾਂ। ਨਵਾਂ ਸਾਲ ਵੀ ਅਸੀਂ ਤਾਂ ਮਨਾ ਰਹੇ ਹਾਂ ਜੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਨੇ, ਇਹ ਆਪਾਂ ਤਾਂ ਮਨਾ ਰਹੇ ਹਾਂ। ਤੇ ਮੈਂ ਅਰਜ਼ ਕੀਤੀ ਕਿ ਅੱਜ ਤੇਰੇ ਪੁੱਤਰ ਦਾ ਵਿਆਹ, ਗੁਰੂ ਨੇ ਆਪਣੀ ਗੋਦ ਖਾਲੀ ਕਰਕੇ, ਆਪਣੀ ਗੋਦ ਖਾਲੀ ਕਰ ਲਈ ਤੇ ਗੁਰੂ ਨੇ ਸਾਨੂੰ ਆਪਣੀ ਗੋਦ ਵਿੱਚ ਬਿਠਾ ਲਿਆ, ਤੇ ਤਾਂ ਅੱਜ ਸਾਡੇ ਪੁੱਤਰਾਂ ਦੇ ਵਿਆਹ ਸ਼ਾਦੀ ਹੋ ਰਹੇ ਨੇ ਗੁਰੂ ਦੀ ਬਦੌਲਤ। ਕਿ ਅਸੀਂ ਇੰਨੇ ਕੁ ਕਿਰਤ ਘਣ ਹੋ ਗਏ ਆ ਕਿ ਕਿਸੇ ਖੁਸ਼ੀ ਦੇ ਸਮੇਂ ਅਸੀਂ ਸਾਹਿਬਜ਼ਾਦਿਆਂ ਦਾ ਨਾਮ ਤੱਕ ਲੈਣ ਨੂੰ ਤਿਆਰ ਨਹੀਂ, ਜ਼ਿਕਰ ਕਰਨ ਨੂੰ ਤਿਆਰ ਨਹੀਂ। ਬੀਬੀ ਹਰਸ਼ਰਨ ਕੌਰ ਜੀ ਨੂੰ ਉਹਨਾਂ ਜ਼ਾਲਮਾਂ ਨੇ ਚੁੱਕਿਆ, ਬਲਦੀ ਹੋਈ ਚਿਖਾ ਦੇ ਵਿੱਚ ਵਗਾ ਕੇ ਮਾਰਿਆ, ਜਿੱਥੇ ਉਹ ਚਮਕੌਰ ਦੀ ਗੜੀ ਦੇ ਵਿੱਚ ਜੂਝ ਕੇ ਜਿਹੜੇ ਸ਼ਹੀਦ ਹੋਏ ਸਨ। ਆਪਣੇ ਭਰਾਵਾਂ ਦੇ ਨਾਲ ਹੀ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਹੋ ਗਈ ਤੇ ਉਹਨਾਂ ਦੇ ਨਾਲ ਹੀ ਚਿਖਾ ਬਰਾਬਰ ਬਲਦੀ ਪਈ ਹੈ। ਹੁਣ ਬਾਣੀ ਦਾ ਪ੍ਰਮਾਣ ਲੈ ਲਓ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਦੁਬਾਰਾ ਉਹ ਸ਼ਬਦ ਉਚਾਰਿਆ, ਸ਼ਲੋਕ ਤੁਸੀਂ ਪੜ੍ਹਦੇ ਹੋ। ਭਗਤ ਜੀ ਕਹਿੰਦੇ, ਜਿੰਨਾ ਚਿਰ ਬੰਦਾ ਆਪਣੇ ਘਰ ਨੂੰ ਅੱਗ ਨਹੀਂ ਨਾ ਲਾਉਂਦਾ, ਅੱਗ ਲਫ਼ਜ਼ ਬਹੁਤ ਵੱਡਾ, ਕੋਈ ਹੈ ਦੁਨੀਆ ਵਿੱਚ ਇਹੋ ਜਿਹਾ ਬੰਦਾ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ? ਪਰ ਭਗਤ ਕਬੀਰ ਸਾਹਿਬ ਜੀ ਨੇ ਬਾਹਰੋਂ ਘਰ ਦਾ ਪ੍ਰਮਾਣ ਦੇ ਕੇ ਗੱਲ ਅੰਦਰ ਦੀ ਕੀਤੀ ਹੈ। ਭਗਤ ਜੀ ਕਹਿੰਦੇ, ਕਬੀਰ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ, ਪੰਚੋ ਲੜਕਾ ਜਾਰ ਕਹਿ ਰਹੇ RAM ਲਿਵ ਲਾਗ। ਇੱਥੇ ਸਿੱਖਾਂ ਨੇ ਜਿੱਥੇ ਗੱਲ ਆਪਣੇ ਘਰ ਲਾਵੇ ਆਗ, ਅੰਦਰਲੀ ਅਪਣਤ ਦੀ ਹੋ ਰਹੀ ਹੈ, ਅੰਦਰਲੇ ਹੰਕਾਰ ਦੀ ਗੱਲ ਹੋ ਰਹੀ ਹੈ, ਅੰਦਰਲੀ ਈਗੋ ਦੀ ਗੱਲ ਹੋ ਰਹੀ ਹੈ, ਅੰਦਰਲੀ ਗੱਲ। ਪਰ ਜਿੱਥੇ ਗੱਲ ਅੰਦਰ ਦੀ ਹੋ ਰਹੀ ਹੈ ਨਾ, ਉੱਥੇ ਮੇਰੇ ਗੁਰੂ ਸਾਹਿਬ ਨੇ ਇਹ ਵੀ ਪ੍ਰੈਕਟੀਕਲ ਕਰਕੇ ਦੱਸਿਆ। ਇੱਥੇ ਸਿੱਖਾਂ ਨੇ ਆਪਣੇ ਗੁਰੂ ਵਾਸਤੇ ਆਪਣੇ ਘਰ ਵੀ ਸਾੜ ਦਿੱਤੇ ਸਨ। ਲੱਖੀ ਸ਼ਾਹ ਵਣਜਾਰਾ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਬਣਿਆ। ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧੜ ਚੁੱਕਿਆ। ਮੌਕੇ ਦੀ ਹਕੂਮਤ ਜ਼ਾਲਮ ਸਰਕਾਰ ਔਰੰਗਜ਼ੇਬ ਕਹਿੰਦਾ ਹੈ ਕੋਈ ਇਹੋ ਜਿਹਾ ਸਿੱਖ ਜਿਹੜਾ ਆਪਣੇ ਗੁਰੂ ਨੂੰ ਜੇ ਬਹੁਤਾ ਪਿਆਰ ਕਰਦਾ ਤੇ ਆਪਣੇ ਗੁਰੂ ਦਾ ਧੜ ਦਾ ਸੰਸਕਾਰ ਕਰਕੇ ਤਾਂ ਦੱਸੇ। ਪਰ ਇਹੋ ਜਿਹੇ ਸਿੱਖ ਵੀ ਸਨ। ਭਾਈ ਲੱਖੀ ਸ਼ਾਹ ਵਣਜਾਰਾ ਭਾਈ ਮਨੀ ਸਿੰਘ ਜੀ ਦਾ ਸਹੁਰਾ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਜਿਨ੍ਹਾਂ ਦਾ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਸ਼ਹੀਦ ਪਰਿਵਾਰ ਵਿੱਚੋਂ ਹੈ। ਭਾਈ ਮਨੀ ਸਿੰਘ ਜੀ ਨੂੰ ਲੱਖੀ ਸ਼ਾਹ ਵਣਜਾਰੇ ਦੀ ਲੜਕੀ ਵਿਆਹੀ ਸੀ। ਤਾਂ ਹੀ ਤੇ ਸਰਸਾ ਦੇ ਕਿਨਾਰੇ ਆਨੰਦਪੁਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਨੂੰ
ਦਿੱਲੀ ਵੱਲ ਤਾਂ ਹੀ ਭੇਜਿਆ ਸੀ ਕਿ ਤੁਸੀਂ ਉੱਥੇ ਚਲੇ ਜਾਓ, ਸਮਾਂ ਠੀਕ ਹੋਏਗਾ ਤੇ ਵਾਪਸ ਆ ਜਾਣਾ, ਨਹੀਂ ਤੇ ਦਿੱਲੀ ਜਾਣ ਦਾ ਕੋਈ ਕਾਰਨ ਨਹੀਂ ਸੀ, ਦਿੱਲੀ ਕੋਈ ਜਾਣ ਪਹਿਚਾਣ ਨਹੀਂ ਸੀ। ਬੇਨਤੀ ਕਰ ਲੱਗਾ ਸਾਂ ਕਿ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਸਾਹਿਬ ਜੀ ਦੇ ਧੜ ਨੂੰ ਚੁੱਕਿਆ। ਇੱਕ ਵਪਾਰੀ ਸੀ, ਉੱਘਾ ਸੁਦਾਗਰ ਸੀ। ਗੱਲ ਇੱਥੇ ਅਮੀਰ ਤੇ ਗਰੀਬ ਦੀ ਨਹੀਂ। ਕਈ ਦਫਾ ਬੰਦਾ ਬਹੁਤ ਗਰੀਬ ਹੁੰਦਾ, ਉਹਦਾ ਦਿਲ ਬਹੁਤ ਅਮੀਰ ਹੁੰਦਾ ਹੈ। ਕਈ ਦਫਾ ਬੰਦਾ ਬਾਹਰੋਂ ਬਹੁਤ ਅਮੀਰ ਧਨਾੜ ਹੁੰਦਾ ਹੈ, ਪਰ ਮਨ ਕਰਕੇ ਦਿਲ ਕਰਕੇ ਅੱਤ ਦਾ ਕੰਜੂਸ ਤੇ ਕੰਗਾਲ ਹੁੰਦਾ ਹੈ। ਗੁਰੂ ਸਾਹਿਬ ਜੀ ਨੂੰ ਬਾਹਰਲੀ ਅਮੀਰੀ ਤੇ ਗਰੀਬੀ ਨਹੀਂ, ਗੁਰੂ ਸਾਹਿਬ ਜੀ ਨੂੰ ਅੰਦਰਲੀ ਅਮੀਰੀ ਪ੍ਰਵਾਨ ਹੈ, ਮਨ ਕਰਕੇ ਜਿਹੜਾ ਅਮੀਰ ਹੈ। ਖੈਰ ਕਹਿੰਦੇ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਸਾਹਿਬ ਜੀ ਦਾ ਧੜ ਸੀ, ਮੌਕੇ ਦੀ ਹਕੂਮਤ ਤੋਂ ਅੱਖ ਬਚਾਉਂਦਿਆਂ ਗੱਡਿਆਂ ਵਿੱਚ ਰੱਖਿਆ, ਜਾ ਕੇ ਕਹਿੰਦੇ ਆਪਣੇ ਘਰ ਦੇ ਵਿੱਚ, ਬੰਗਲੇ ਵਿੱਚ, ਆਪਣੇ ਘਰ ਵਿੱਚ ਰੱਖ ਦਿੱਤਾ। ਜਦੋਂ ਕਿ ਔਰੰਗਜ਼ੇਬ ਇਹ ਕਹਿੰਦਾ ਵੀ ਜਿਹੜਾ ਗੁਰੂ ਦੇ ਧੜ ਨੂੰ ਚੁੱਕੇਗਾ, ਇਹ ਕਹਿਣਾ ਵੀ ਇੱਕ ਮੌਤ ਨੂੰ ਆਵਾਜ਼ ਦੇਣੀ ਸੀ ਕਿ ਮੈਂ ਗੁਰੂ ਦਾ ਸਿੱਖ ਹਾਂ। ਪਰ ਇਹ ਕਿੱਡੀ ਵੱਡੀ ਗੱਲ ਹੋਵੇਗੀ ਜਦੋਂ ਆਪਾਂ ਕਿਸੇ ਚੀਜ਼ ਨੂੰ ਮਹਿਸੂਸ ਕਰਦੇ ਆ ਨਾ, ਮਹਿਸੂਸ ਕਰਕੇ ਸੁਣਦੇ ਆ, ਉਦੋਂ ਫਿਰ ਬੰਦੇ ਦਾ ਜਿਹੜਾ ਰੋਮ ਰੋਮ ਹੈ ਨਾ, ਉਹ ਫਿਰ ਗੁਰੂ ਦਾ ਸ਼ੁਕਰਾਨਾ ਉਦੋਂ ਕਰਦਾ ਹੈ ਜਦੋਂ ਮਹਿਸੂਸ ਕਰਦੇ ਆ। ਕਿਸੇ ਦੇ ਦੁੱਖ ਨੂੰ ਜਦੋਂ ਮਹਿਸੂਸ ਕਰੋਗੇ ਨਾ, ਫਿਰ ਪਤਾ ਚੱਲੇਗਾ ਵੀ ਦੁੱਖ ਕੀ ਹੈ। ਬੰਦਾ ਦੁੱਖ ਨੂੰ ਉਹਦੇ ਨੂੰ ਮਹਿਸੂਸ ਕਰਦਾ ਜਿਹਦੇ ਨਾਲ ਸਨੇਹ ਹੈ, ਮੁਹੱਬਤ, ਪਿਆਰ ਹੈ, ਆਪਣਿਆਂ ਦੇ ਦੁੱਖ ਨੂੰ ਮਹਿਸੂਸ ਕਰਦਾ। ਨਹੀਂ ਤਾਂ ਲੋਕ ਦੁਨੀਆ ਤੇ ਕਿੰਨੇ ਆ ਰਹੇ ਨੇ, ਜਾ ਰਹੇ ਨੇ, ਦੁਖੀ ਨੇ, ਬਿਲਕੁਲ ਨਹੀਂ। ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ, ਤੁਹਾਨੂੰ ਉਸੇ ਦਾ ਦੁੱਖ ਮਹਿਸੂਸ ਹੋਵੇਗਾ। ਕਹਿੰਦੇ ਧੜ ਨੂੰ ਚੁੱਕਿਆ, ਘਰ ਦੇ ਵਿੱਚ ਲਿਜਾ ਕੇ ਲੱਖੀ ਸ਼ਾਹ ਵਣਜਾਰੇ ਨੇ ਅੱਗ ਲਾ ਦਿੱਤੀ। ਕਿੱਡੀ ਵੱਡੀ ਗੱਲ ਹੈ। ਪਤਾ ਹੈ ਕਿ ਮੈਂ ਧੜ ਚੁੱਕਿਆ ਤੇ ਮੌਤ ਨੂੰ ਆਵਾਜ਼ ਦੇਣੀ ਹੈ। ਪਤਾ ਹੈ ਕਿ ਹੁਣ ਜੇ ਮੈਂ ਅੱਗ ਲਾਵਾਂਗਾ ਤੇ ਘਰ ਤਾਂ ਸੜ ਕੇ ਸਵਾਹ ਹੋਏਗਾ ਹੀ। ਬੰਦਾ ਸੋਚਦਾ ਮੈਂ ਕਿੱਥੇ ਰਹੂੰਗਾ, ਕੀ ਕਰੂੰਗਾ, ਮੇਰੇ ਬੱਚੇ ਕਿੱਧਰ ਜਾਣਗੇ, ਬੰਦਾ ਕਿੰਨਾ ਕੁਝ ਸੋਚਦਾ ਹੈ। ਪਰ ਧੰਨ ਭਾਈ ਲੱਖੀ ਸ਼ਾਹ ਵਣਜਾਰਾ ਉਹਨੇ ਕੁਝ ਨਹੀਂ ਸੋਚਿਆ, ਪਰ ਉਹਨੂੰ ਇੰਨਾ ਕੁ ਵਿਸ਼ਵਾਸ ਹੈ ਕਿ ਜਿਸ ਗੁਰੂ ਦੇ ਧੜ ਦੇ ਸੰਸਕਾਰ ਲਈ ਮੈਂ ਆਪਣਾ ਘਰ ਜਗ੍ਹਾ ਦੇ ਰੂਪ ਦੇ ਵਿੱਚ ਦੇ ਰਿਹਾ, ਉਹਨੂੰ ਪਤਾ ਦੁਨੀਆ ਵਿੱਚ ਘਰ ਤਾਂ ਬਹੁਤ ਹੋਣਗੇ, ਢਹਿ ਜਾਣਗੇ, ਮਿਟ ਜਾਣਗੇ, ਕਿਸੇ ਨੇ ਪੂਜਣਾ ਨਹੀਂ। ਪਰ ਭਾਈ ਲੱਖੀ ਸ਼ਾਹ ਵਣਜਾਰੇ ਨੇ ਘਰ ਨੂੰ ਅੱਗ ਲਾ ਦਿੱਤੀ। ਘਰ ਤਾਂ ਉਹ ਸੜ ਕੇ ਸਵਾਹ ਹੋ ਗਿਆ, ਪਰ ਅੱਜ ਉਹ ਘਰ ਘਰ ਨਹੀਂ ਰਿਹਾ, ਉਹ ਅੱਜ ਘਰ ਗੁਰਦੁਆਰਾ ਬਣ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਲੋਕ ਜਾਂਦੇ ਨੇ, ਬੇਨਤੀ ਕਰਦੇ ਨੇ, ਅਰਦਾਸਾਂ ਕਰਦੇ ਨੇ। ਇੰਜ ਕਹਿ ਲੋ ਸਦੀਆਂ ਤੱਕ ਯੁੱਗ ਪਲਟ ਜਾਣਗੇ, ਪਰ ਲੱਖੀ ਸ਼ਾਹ ਵਣਜਾਰੇ ਦਾ ਘਰ ਸੜਿਆ ਨਹੀਂ। ਸਹੀ ਮਾਇਨਿਆਂ ਵਿੱਚ ਲੱਖੀ ਸ਼ਾਹ ਵਣਜਾਰਾ ਤੇ ਉਹਦਾ ਘਰ ਸਦੀਵੀ ਤੌਰ ਤੇ ਇੰਜ ਕਹਿ ਲੋ ਕਿ ਅਮਰ ਹੀ ਹੋ ਗਿਆ ਹੈ। ਬੜੀਆਂ ਬਿਲਡਿੰਗਾਂ ਨੇ ਦਿੱਲੀ ਵਿੱਚ, ਕੋਈ ਕਿਸੇ ਬਿਲਡਿੰਗ ਨੂੰ ਮੱਥਾ ਨਹੀਂ ਟੇਕਦਾ। ਕਿੰਨਾ ਵੱਡਾ ਏਅਰਪੋਰਟ ਬਣਿਆ, ਕਦੀ ਮੱਥਾ ਟੇਕਿਆ? ਬੰਦਾ ਕਹਿੰਦਾ ਜਹਾਜ਼ੇ ਬੈਠੀਏ ਅਮਰੀਕਾ ਪਹੁੰਚੀਏ, ਕੋਈ ਧਿਆਨ ਕਰਦਾ? ਬਿਲਕੁਲ ਨਹੀਂ। ਪਰ ਉਸੇ ਦਿੱਲੀ ਦੇ ਵਿੱਚ ਲੱਖੀ ਸ਼ਾਹ ਵਣਜਾਰੇ ਦਾ ਘਰ ਗੁਰਦੁਆਰੇ ਦੇ ਰੂਪ ਦੇ ਵਿੱਚ ਹੈ। ਦੁਨੀਆ ਆਉਂਦੀ ਹੈ, ਨਤਮਸਤਕ ਹੁੰਦੀ ਹੈ। ਇਹਨੂੰ ਕਹਿੰਦੇ ਨੇ ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਕਹਿੰਦੇ ਦੁਨੀਆ ਦੇ ਵਿੱਚ ਇਹੋ ਜਿਹਾ ਵੀ ਨਹੀਂ ਕੋਈ ਜਿਹੜਾ ਆਪਣੇ ਬਾਹਰੋਂ ਘਰ ਨੂੰ ਅੱਗ ਲਾ ਦੇ, ਤੇ ਦੁਨੀਆ ਦੇ ਵਿੱਚ ਐਸਾ ਵੀ ਨਹੀਂ ਕੋਈ ਜਿਹੜਾ ਆਪਣੇ ਹੰਕਾਰ ਨੂੰ ਸਾੜ ਦੇਵੇ। ਤੇ ਜਿੰਨਾ ਚਿਰ ਆਪਣੇ ਹੰਕਾਰ ਨੂੰ ਨਹੀਂ ਸਾੜਦੇ, ਸਾਲ ਬਦਲਿਆ, ਪਰ ਮੇਰੇ ਗੁਰੂ ਸਾਹਿਬ ਜੀ ਕਹਿੰਦੇ ਸਾਲ ਬਦਲ ਗਿਆ, ਰੁੱਤਾਂ ਥਿੱਤਾਂ ਸਭ ਕੁਝ ਬਦਲ ਰਿਹਾ ਹੈ। ਕੈਲੰਡਰ ਬਦਲ ਗਏ, ਪੁਰਾਣੇ ਰੱਖ ਦਿੱਤੇ, ਨਵੇਂ ਸਾਡੇ ਕੋਲ ਆ ਗਏ। ਆਪਣੀ ਕੋਲ ਨੋਟਬੁੱਕ ਪੁਰਾਣੀ ਰੱਖ ਦਿੱਤੀ, ਨਵੀਂ ਲਾ ਲਈ। ਪਰ ਮੇਰੇ ਗੁਰੂ ਸਾਹਿਬ ਕੀ ਕਹਿੰਦੇ ਬਾਣੀ ਵਿੱਚ? ਸਾਲ ਬਦਲ ਗਿਆ ਬੰਦਿਆ, ਤੂੰ ਵੀ ਬਦਲ ਜਾ। ਜੇ ਤੂੰ ਬਦਲ ਜਾਏਗਾ, ਤੇਰਾ ਬਦਲਣਾ ਕੀ ਹੈ? ਲੀੜੇ ਕੱਪੜੇ ਘਰ ਬਦਲਣ ਦੇ ਨਾਲ ਬੰਦੇ ਦਾ ਬਦਲਣਾ ਨਹੀਂ। ਬੰਦੇ ਦੇ ਜੇ ਖਿਆਲ ਬਦਲਦੇ ਨੇ ਤਾਂ ਬੰਦਾ ਬਦਲ ਜਾਂਦਾ ਹੈ। ਦੇਖੋ ਕਈ ਦਫਾ ਆਪਾਂ ਕਿਸੇ ਨਾਲ ਗੱਲ ਕਰਦੇ ਆ ਤੇ ਆਪਾਂ ਕਹਿੰਦੇ ਵੀ ਫਲਾਨਾ ਬੰਦਾ ਬਹੁਤ ਬਦਲ ਗਿਆ। ਕੀ ਬਦਲ ਗਿਆ? ਕੱਪੜੇ ਬਦਲ ਗਏ, ਘਰ-ਬਾਰ ਬਦਲ ਗਿਆ, ਚਿਹਰਾ ਮੁਹਾਂਦਰਾ ਬਦਲ ਗਿਆ? ਨਹੀਂ। ਆਪਾਂ ਕਹਿੰਦੇ ਪਹਿਲਾਂ ਬੜਾ ਹੰਕਾਰੀ ਸੀ, ਦੁਸ਼ਟ ਸੀ, ਕਿਸੇ ਨੂੰ ਬੁਲਾਉਂਦਾ ਨਹੀਂ, ਵੀ ਇਹ ਬੰਦਾ ਹੀ ਬੜਾ ਬਦਲ ਗਿਆ। ਕੀ ਬਦਲਿਆ? ਨੱਕ ਮੂੰਹ ਨਹੀਂ ਬਦਲਿਆ, ਸੇਮ ਹੀ ਹੈ। ਦਰਅਸਲ ਉਸ ਬੰਦੇ ਦੇ ਮਾੜੇ ਤੋਂ ਚੰਗੇ ਵਿਚਾਰ ਪੈਦਾ ਹੋ ਗਏ, ਉਹ ਬਦਲ ਗਿਆ।
ਇੱਕ ਬੰਦਾ ਜਿਹੜਾ ਪਹਿਲਾਂ ਬੜਾ ਸ਼ਰੀਫ ਸੀ, ਬੜਾ ਇੰਜ ਕਹ ਲੋ ਗਰੀਬ ਨਿਮਰਤਾ ਵਾਲਾ ਸੀ, ਪਹਿਲਾਂ ਬੜਾ ਉਹ ਇੱਕ ਕੰਗਾਲ ਭਿਖਾਰੀ ਨਜ਼ਰ ਆਉਂਦਾ ਸੀ, ਸਭ ਦੇ ਨਾਲ ਉਹਦਾ ਸਨੇਹ ਮੁਹੱਬਤ ਸੀ। ਪਰ ਜਦੋਂ ਉਹਦੇ ਕੋਲ 4 ਪੈਸੇ ਆ ਗਏ, ਜਬ ਕਿਛ ਪਾਵੇ, ਬਾਣੀ ਕਹਿ ਰਹੀ ਹੈ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਕਹਿੰਦੇ ਜਦੋਂ ਬੰਦੇ ਕੋਲੇ ਕੁਝ ਨਹੀਂ ਤਾਂ ਉਸ ਵਕਤ ਬੰਦਾ ਗੁਰੂ ਕੋਲ ਅਰਦਾਸਾਂ ਕਰਦਾ ਹੈ, ਪਰ ਜਦੋਂ ਇਹਨੂੰ ਮਿਲ ਜਾਂਦਾ ਫਿਰ ਹੰਕਾਰੀ ਬਣ ਜਾਂਦਾ ਹੈ। ਪਹਿਲਾਂ ਇਹ ਤੁਰ ਕੇ ਵੀ ਘਰੋਂ ਗੁਰਦੁਆਰੇ ਮੱਥਾ ਟੇਕਣ ਆ ਜਾਂਦਾ ਸੀ, ਵੀ ਚਲੋ ਨਾਲੇ ਸੈਰ ਕਰ ਆਊਂਗਾ ਨਾਲੇ ਮੱਥਾ ਟੇਕ ਆਊਂਗਾ। ਪਹਿਲਾਂ ਇਹ ਸਾਈਕਲ ਤੇ ਵੀ ਗੁਰਦੁਆਰੇ ਆ ਜਾਂਦਾ ਸੀ। ਹੁਣ ਤਾਂ ਇਹਦੇ ਕੋਲ ਗੁਰੂ ਦੀ ਬਖਸ਼ਿਸ਼ ਸਦਕਾ ਜੇ $40,000 ਦੀ ਗੱਡੀ ਹੈ ਤੇ ਫਿਰ ਵੀ ਕਹਿੰਦਾ ਕਿਹੜਾ ਜਾਊਗਾ ਉਧਰ। ਇਹ ਹਕੀਕਤ ਹੈ। ਕੋਈ ਵਿਰਲੇ ਵਿਰਲੇ ਟਾਵੇਂ ਨੇ, ਮੁਬਾਰਕ ਹੈ ਜਿਹੜੇ ਆਉਂਦੇ ਨੇ। ਮੈਂ ਸਿਰਫ ਬੇਨਤੀ ਕਰ ਰਿਹਾ, ਕੋਈ ਨਿੰਦਾ ਨਹੀਂ, ਉਦਾਹਰਨ ਸਮਝਣ ਲਈ ਵੀ ਜਦੋਂ ਬੰਦੇ ਕੋਲ ਕੁਝ ਨਹੀਂ ਸੀ ਉਦੋਂ ਇਹ ਗੁਰੂ ਕੋਲੋਂ ਮੰਗਦਾ ਸੀ, ਤੇ ਜਦੋਂ ਮਿਲ ਗਿਆ ਫਿਰ ਕੀ ਹੋਇਆ? ਫਿਰ ਹੰਕਾਰੀ ਹੋ ਗਿਆ, ਫਿਰ ਦਾਨੀ ਬਣ ਗਿਆ। ਫਿਰ ਕਹਿੰਦਾ ਮੈਂ ਗੁਰੂ ਘਰ ਦਾਨ ਕੀਤਾ। ਦਰਅਸਲ ਗੁਰਦੁਆਰੇ ਕਦੇ ਦਾਨ ਨਹੀਂ ਦਈਦਾ, ਗੁਰਦੁਆਰੇ ਭੇਟਾ ਦਈਦੀ ਹੈ। ਦਾਨ ਹਮੇਸ਼ਾ ਭਿਖਾਰੀ ਨੂੰ, ਆਪ ਤੋਂ ਛੋਟੇ ਨੂੰ ਦਈਦਾ ਹੈ ਦਾਨ ਕਰਨਾ। ਇਹਦਾ ਮਤਲਬ ਜੇ ਬੰਦਾ ਕਹਿੰਦਾ ਮੈਂ ਗੁਰਦੁਆਰੇ ਆਹ ਦਾਨ ਕੀਤਾ, ਉਹ ਦਾਨ ਕੀਤਾ, ਇਹਦਾ ਮਤਲਬ ਗੁਰੂ ਭਿਖਾਰੀ ਹੈ, ਨਹੀਂ। ਕਿਉਂਕਿ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਉੱਚੀ ਆਵਾਜ਼ ਮਾਰੀ ਸੀ, ਹੈ ਕੋਈ ਸਿੱਖ ਜਿਹੜਾ ਮੈਨੂੰ ਪਿਆਰ ਮੁਹੱਬਤ ਕਰਦਾ ਹੋਵੇ, ਤਾਂ ਫਿਰ ਉਸ 80,000 ਦੇ ਇਕੱਠ ਵਿੱਚੋਂ 5 ਨਿਤਰੇ ਸੀ, ਤੇ 5 ਨੇ ਇਹ ਨਹੀਂ ਸੀ ਆਖਿਆ ਕਿ ਸਤਿਗੁਰੂ ਜੀ ਮੈਂ ਤੁਹਾਨੂੰ ਸੀਸ ਦਾਨ ਕਰਦਾ ਹਾਂ। ਉਹਨਾਂ ਆਖਿਆ ਸੀ ਸਤਿਗੁਰੂ ਜੀ ਆਹ ਸੀਸ ਤੁਹਾਨੂੰ ਭੇਟਾ ਕਰਦਾ। ਭੇਟਾ ਹਮੇਸ਼ਾ ਵੱਡੇ ਦੇ ਅੱਗੇ ਰੱਖੀ ਜਾਂਦੀ ਹੈ। ਆ ਗੁਰੂ ਵੱਡਾ, ਇਹਨੂੰ ਆਪਾਂ ਭੇਟਾਵਾਂ ਦੇ ਰਹੇ ਹਾਂ। ਕੋਈ ਮਾਇਆ ਦੇ ਰੂਪ ਦੇ ਵਿੱਚ ਭੇਟਾ ਕਰ ਰਿਹਾ ਹੈ, ਕੋਈ ਰੁਮਾਲਾ ਸਾਹਿਬ ਦੇ ਰੂਪ ਦੇ ਵਿੱਚ, ਕੋਈ ਲੰਗਰ ਦੀ ਸਮੱਗਰੀ ਦੇ ਰੂਪ ਦੇ ਵਿੱਚ, ਇਹ ਆਪਾਂ ਭੇਟਾ ਦੇ ਰਹੇ ਹਾਂ। ਆਪਾਂ ਦਾਨ ਨਹੀਂ ਕਰਨਾ, ਕਿਉਂਕਿ ਦਾਨ ਲਫ਼ਜ਼ ਗੁਰੂ ਦੀ ਬਹੁਤ ਵੱਡੀ ਨਿਰਾਦਰੀ ਹੈ। ਇਹ ਮੈਂ ਨਹੀਂ ਕਹਿੰਦਾ, ਆਪਾਂ ਬਾਣੀ ਦੇ ਦੁਆਰਾ ਸਮਝਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ, ਮਾਲਕ ਜੀ ਮੈਂ ਕੀ ਮੰਗਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਤਾਂ ਦਾਤਾ ਹੈ, ਤੂੰ ਤੇ ਦਾਨ ਦੇਣ ਵਾਲਾ ਹੈ, ਤੂੰ ਤੇ ਰਹਿਮਤਾਂ ਬਰਸਾਉਣ ਵਾਲਾ ਹੈ। ਨਵਾਂ ਸਾਲ ਮਨਾ ਰਹੇ ਹਾਂ, ਇਹ ਆਪਾਂ ਪਤਾ ਕਿਉਂ ਮਨਾ ਰਹੇ ਹਾਂ? ਮਨਮਤ ਨਹੀਂ। ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ, ਗੁਰੂ ਦਾ ਸ਼ੁਕਰਾਨਾ ਕਰ ਰਹੇ ਹਾਂ, ਦਾਤਿਆ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਇੱਕ ਨਵਾਂ ਮੌਕਾ ਹੋਰ ਦੇ ਦਿੱਤਾ। ਕਿੰਨੇ ਨੇ ਵਿਚਾਰੇ ਜਿਹੜੇ 2020 ਵਿੱਚ ਦੁਨੀਆ ਤੋਂ ਵਿਦਾ ਹੋ ਗਏ ਨੇ। ਤੇਰਾ ਸ਼ੁਕਰ ਹੈ ਸਤਿਗੁਰੂ, ਤੂੰ ਮੈਨੂੰ ਸਵਾਸ ਦਿੱਤੇ, ਤੇਰਾ ਕੋਟਾਨ ਕੋਟ ਸ਼ੁਕਰਾਨਾ ਹੈ। ਗੁਰੂ ਕੋਲੋਂ ਜਿੱਥੇ ਆਪਣੇ ਭਲੇ ਲਈ ਤਾਂ ਆਪਾਂ ਮੰਗਦੇ ਹਾਂ। ਵੇਖੋ ਇੱਥੇ ਤੁਸੀਂ ਭਾਵੇਂ ਕਿਸੇ ਦੇ ਭਲੇ ਲਈ ਕੁਝ ਨਾ ਮੰਗੋ, ਪਰ ਜਦੋਂ ਅਰਦਾਸ ਹੋਣੀ ਹੈ ਨਾ, ਉਦੋਂ ਆਪਣੇ ਆਪ ਹੀ ਮੰਗ ਹੋ ਜਾਣਾ। ਤੁਹਾਡੇ ਹਿਰਦੇ ਵਿੱਚੋਂ ਆਪਣੇ ਆਪ ਹੀ ਆਵਾਜ਼ ਨਿਕਲਣੀ ਹੈ। ਅਰਦਾਸ ਹੀ ਪੰਥ ਨੇ ਇਸ ਢੰਗ ਦੇ ਨਾਲ ਬਣਾਈ ਹੈ। ਭਾਵੇਂ ਤੁਸੀਂ ਅਰਦਾਸ ਵਿੱਚ ਜਾਂ ਬੈਠੇ ਕਿਸੇ ਲਈ ਜੋ ਕੁਝ ਮਰਜ਼ੀ ਗਲਤ ਬੁਰਾ ਸੋਚੀ ਜਾਓ, ਅਖੀਰ ਵਿੱਚ ਤੁਹਾਡੇ ਮੂੰਹ ਵਿੱਚੋਂ ਆਪ ਮੁਹਾਰੇ ਨਿਕਲੇਗਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹਦੇ ਨਾਲ ਤੁਹਾਡੀ ਨਹੀਂ ਬਣਦੀ ਤੁਸੀਂ ਉਹਦਾ ਵੀ ਭਲਾ ਮੰਗੋਗੇ। ਜਿਹਨੂੰ ਤੁਸੀਂ ਬੁਲਾਉਣ ਨੂੰ ਤਿਆਰ ਨਹੀਂ, ਕਿਉਂਕਿ ਸਰਬੱਤ ਦੇ ਵਿੱਚ ਤਾਂ ਸਾਰੀ ਆ ਗਏ, ਚੋਰ ਠੱਗ ਦੁਰਾਚਾਰੀ ਸਭ ਸਰਬੱਤ ਦੇ ਭਲੇ ਦੇ ਵਿੱਚ ਆ ਜਾਂਦੇ ਨੇ। ਮੈਂ ਬੇਨਤੀ ਕਰਨ ਲੱਗਾ ਸਾਂ ਕਿ ਗੁਰੂ ਦੇ ਲਈ ਲਫ਼ਜ਼ ਵਰਤਣਾ ਹਮੇਸ਼ਾ ਭੇਟਾ, ਵੀ ਭੇਟਾ ਦੇਣੀ, ਦਾਨ ਨਹੀਂ। ਤੂੰ ਪ੍ਰਭ ਦਾਤਾ, ਤੂੰ ਦਾਤਾ ਹੈ, ਤੂੰ ਬਖਸ਼ਿਸ਼ਾਂ ਕਰਨ ਵਾਲਾ ਹੈ। ਦਾਨ ਮਤ ਪੂਰਾ, ਤੂੰ ਪੂਰਾ ਹੈ, ਤੂੰ ਬਖਸ਼ਿਸ਼ਾਂ ਦਾ ਮਾਲਕ ਹੈ। ਤੇ ਸਤਿਗੁਰੂ ਜੀ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਪੂਰਾ ਵੀ ਹੈ। ਪਰ ਮਾਲਕ ਜੀ ਵਾਹਿਗੁਰੂ ਜੀ ਹਮ ਥਾਰੇ ਭਿਖਾਰੀ ਜੀ, ਅਸੀਂ ਤਾਂ ਭਿਖਾਰੀ ਹਾਂ, ਤੁਹਾਡੇ ਤੋਂ ਮੰਗਦੇ ਹਾਂ, ਆਪਾਂ ਵਾਕਈ ਭਿਖਾਰੀ ਹਾਂ। ਦਰਅਸਲ ਜਿਹੜਾ ਸੜਕ ਤੇ ਰੋਡ ਤੇ ਕਿਸੇ ਚੌਂਕ ਦੇ ਵਿੱਚ ਖਲੋਤਾ ਮੰਗ ਰਹੇ ਨੇ, ਦਰਅਸਲ ਉਹ ਭਿਖਾਰੀ ਨਹੀਂ ਹੈ, ਉਹ ਨਹੀਂ ਭਿਖਾਰੀ।
क्योंकि ਉਹਦੇ ਕੋਲ ਤਾਂ ਕੁਝ ਹੈ ਨਹੀਂ, ਉਹ ਤਾਂ ਮੰਗਦਾ ਪਿਆ ਹੈ। ਸਹੀ ਮੈਨਿਆਂ ਦੇ ਵਿੱਚ ਗੁਰਬਾਣੀ ਦੇ ਮੁਤਾਬਕ ਉਹ ਬੰਦਾ ਭਿਖਾਰੀ ਹੈ ਜਿਹਦੇ ਕੋਲ ਸਭ ਕੁਝ ਹੈ ਪਰ ਫਿਰ ਵੀ ਉਹ ਮੰਗਦਾ ਪਿਆ ਹੈ। ਅਸਲੀ ਭਿਖਾਰੀ ਉਹ ਹੈ। ਪਰ ਆਪਾਂ ਭਿਖਾਰੀ ਦੁਨੀਆ ਦੇ ਨਹੀਂ ਬਣਨਾ, ਆਪਾਂ ਭਿਖਾਰੀ ਗੁਰੂ ਦੇ ਬਣਨਾ ਹੈ। ਕਿਉਂਕਿ ਦੁਨੀਆ ਦੇ ਵਿੱਚ ਭਿਖਾਰੀ ਨੂੰ ਕੋਈ ਚੰਗਾ ਨਹੀਂ ਸਮਝਦਾ, ਪਰ ਜਿਹੜਾ ਗੁਰੂ ਦੇ ਦਰ ਦਾ ਭਿਖਾਰੀ ਬਣ ਜਾਂਦਾ ਹੈ ਨਾ, ਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਅਰਦਾਸ ਕਰਦਾ ਹੈ, ਗੁਰੂ ਦੇ ਕੋਲ ਖਲੋਤੇ ਭਿਖਾਰੀ ਬਣੇ। ਕੋਈ ਤੁਹਾਨੂੰ ਨੀਵੀਂ ਨਜ਼ਰ ਦੇ ਨਾਲ ਜਾਂ ਓਪਰੀ ਜਾਂ ਘਿਰਾਉਣੀ ਨਜ਼ਰ ਨਾਲ ਨਹੀਂ ਵੇਖੇਗਾ। ਕੋਈ ਮੱਥਾ ਟੇਕਦਾ ਹੋਵੇ, ਅਰਦਾਸ ਕਰਦਾ ਹੋਵੇ, ਕਦੀ ਕਿਸੇ ਨੇ ਆਖਿਆ ਵੀ ਇਹ ਮੱਥਾ ਟੇਕਦਾ ਮੈਨੂੰ ਚੰਗਾ ਨਹੀਂ ਲੱਗ ਰਿਹਾ। ਜਿੰਨੀ ਕੋਈ ਨਿਮਰਤਾ ਭਾਵਨਾ ਨਾਲ ਵੱਧ ਟੇਕਦਾ ਓਨਾ ਹੀ ਉਹ ਤੁਹਾਡੇ ਅੰਦਰ ਕਸ਼ਿਸ਼ ਬਣਦੀ ਹੈ, ਪਿਆਰ ਬਣਦਾ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਦੇ ਸਾਗਰ ਗੁਰੂ ਪਿਤਾ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਪਹੁੰਚੇ। ਇਤਿਹਾਸ ਪਹਿਲੋਂ ਆਪਾਂ ਸੁਣਾਇਆ ਹੈ। ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਹੁੰਦੀ ਹੈ। ਸਮਾਂ ਆਪਣੀ ਚਾਲੇ ਤੁਰਿਆ, ਚਮਕੌਰ ਦੀ ਗੜੀ ਦੀ ਜੰਗ ਦੀ ਸਮਾਪਤੀ ਹੋ ਗਈ। ਕਾਫੀ ਲੰਮਾ ਸਮਾਂ ਬਤੀਤ ਹੋ ਗਿਆ। ਕਹਿੰਦੇ ਫਿਰ ਉਹ ਜਿਸ ਜਗ੍ਹਾ ਤੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਨਾ, ਉਹਨਾਂ ਸਿੰਘਾਂ ਦੇ ਵਿੱਚ ਬਾਬਾ ਅਜੀਤ ਸਿੰਘ ਵੀ ਨੇ। ਮੈਂ ਕਹਿੰਦਾ ਧੰਨ ਬੀਬੀ ਹਰਸ਼ਰਨ ਕੌਰ ਜਿਹਨੂੰ ਆਪਣੇ ਹੱਥਾਂ ਦੇ ਨਾਲ ਬਾਜਾਂ ਵਾਲੇ ਦੇ ਪੁੱਤਰਾਂ ਦਾ ਸੰਸਕਾਰ ਕਰਨ ਦਾ ਸੁਭਾਗ ਸਮਾਂ ਮਿਲਿਆ ਹੋਵੇਗਾ। ਔਰ ਜਦੋਂ ਉਹਦੀ ਵੀ ਸ਼ਹੀਦੀ ਹੋ ਗਈ, ਉਹਨੂੰ ਵੀ ਚੁੱਕ ਕੇ ਉਹਨਾਂ ਚਿਖਾਵੇ ਸੁੱਟ ਦਿੱਤਾ। ਪਰ ਸਮਾਂ ਜਦੋਂ ਕਾਫੀ ਬਤੀਤ ਹੋ ਗਿਆ ਤਾਂ ਫਿਰ ਕਿਸੇ ਨੂੰ ਪਤਾ ਨਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਸਾਹਿਬਜ਼ਾਦੇ ਨੇ, ਜਿਹੜੇ ਸ਼ਹੀਦ ਨੇ ਚਮਕੌਰ ਦੀ ਗੜੀ ਦੇ ਵਿੱਚ ਜਿਨ੍ਹਾਂ ਸ਼ਹਾਦਤਾਂ ਪਾਈਆਂ, ਵੀ ਉਹ ਜਗ੍ਹਾ ਕਿੱਥੇ ਹੈ, ਕਿੱਥੇ ਹੋਵੇਗੀ ਉਹ ਜਗ੍ਹਾ। ਕਹਿੰਦੇ ਉਸ ਜਗ੍ਹਾ ਦੀ ਭਾਲ ਕਰਦਿਆਂ ਕਰਦਿਆਂ ਕਿਸੇ ਸੱਜਣ ਨੇ ਦੱਸਿਆ, ਤੇ ਉਹ ਸੱਜਣ ਸੀ ਭਾਈ ਦਇਆਲ ਸਿੰਘ ਰਈਸ। ਭਾਈ ਦਇਆਲ ਸਿੰਘ ਉਹਨੇ ਫਿਰ ਉਸ ਜਗ੍ਹਾ ਨੂੰ ਭਾਲ ਕੇ ਹੌਲੀ ਹੌਲੀ ਇੰਜ ਕਹਿ ਲਓ ਪੁੱਛ ਪਛਾਉਂਦਿਆਂ ਹੋਈਆਂ, ਤੇ ਉਹ ਜਿਹੜੀ ਸਭਾ ਸੀ, ਉਹ ਜੋ ਕੁਝ ਵੀ ਸੀ, ਉਹਨੂੰ ਉੱਥੇ ਇਕੱਠਿਆਂ ਕਰਕੇ ਤੇ ਫਿਰ ਸੰਗਤ ਦੇ ਵਿੱਚ ਉਹਨੇ ਇਹ ਗੱਲ ਆਖੀ ਕਿ ਇੱਥੇ ਅਸਥਾਨ ਬਣਨਾ ਹੈ। ਪਰ ਉਹਨੇ ਜਦੋਂ ਇਹ ਸੇਵਾ ਸ਼ੁਰੂ ਕੀਤੀ ਨਾ ਅਸਥਾਨ ਬਣਾਉਣ ਦੀ, ਤਾਂ ਜਦੋਂ ਉਹ ਅਸਥਾਨ ਬਣ ਕੇ ਚਮਕੌਰ ਦੀ ਗੜੀ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੈ। ਪੰਜਾਬ ਜਾਂਦੇ ਹੋ, ਆਪਣੇ ਨਿਆਣਿਆਂ ਬੱਚਿਆਂ ਨੂੰ ਜਦੋਂ ਵੀ ਲਿਜਾਓ ਤੇ ਆਪਣਾ ਨਿਸ਼ਾਨਾ ਰੱਖੋ ਕਿ ਆਪਾਂ ਫਤਿਹਗੜ੍ਹ ਸਾਹਿਬ ਜਾਣਾ ਹੈ। ਤੇ ਜੇ ਆਪਾਂ ਫਤਿਹਗੜ੍ਹ ਸਾਹਿਬ ਦੇ ਅੱਗੋਂ ਦੀ ਲੰਘ ਗਏ, ਚਮਕੌਰ ਸਾਹਿਬ ਦੇ ਅੱਗੋਂ ਦੀ ਲੰਘ ਗਏ, ਸ਼ਹੀਦਾਂ ਦੇ ਸਥਾਨਾਂ ਤੇ ਗਏ ਨਾ, ਤੇ ਬਾਬਿਆਂ ਦੇ ਡੇਰਿਆਂ ਦੀ ਮੱਥਾ ਟੇਕਦੇ ਰਹੇ। ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਮੈਂ ਦੇਹਧਾਰੀਆਂ ਦੀ ਗੱਲ ਕਰਦਾ, ਜਿਹੜੇ ਸਤਿਕਾਰਯੋਗ ਨੇ, ਜਿਹੜੇ ਗੁਰਬਾਣੀ ਨਾਲ ਜੋੜਦੇ ਨੇ, ਉਹਨਾਂ ਦੀ ਗੱਲ ਨਹੀਂ। ਤੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ, ਇਹ ਸੋਚਦੇ ਨਹੀਂ ਹੋਣਗੇ ਕਿ ਇਹਨਾਂ ਦੇ ਵਾਸਤੇ ਅਸੀਂ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਖਲੋ ਗਏ। ਕਿ ਮਾਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਕਹਿੰਦੇ ਹੋਣਗੇ ਕਿ ਆਹ ਸਿੱਖ ਮੇਰੇ ਅਸਥਾਨਾਂ ਦੇ ਕੋਲ ਦੀ ਲੰਘ ਗਏ, ਸ਼ਹੀਦਾਂ ਦੇ ਅਸਥਾਨਾਂ ਦੇ ਕੋਲ ਦੀ ਲੰਘ ਕੇ ਗੱਡੀਆਂ ਭਜਾ ਕੇ, ਪਰ ਇੱਥੇ ਮੱਥਾ ਟੇਕਣ ਨਹੀਂ ਆਏ। ਅਮਰੀਕਾ ਤੋਂ, ਕੈਨੇਡਾ ਤੋਂ ਚੱਲ ਕੇ ਪੰਜਾਬ ਤਾਂ ਪਹੁੰਚ ਗਏ, ਪਰ ਮੇਰੇ ਅਸਥਾਨਾਂ ਤੋਂ, ਸ਼ਹੀਦਾਂ ਦੇ ਅਸਥਾਨਾਂ ਤੋਂ ਮੂਹਰ ਦੀ ਲੰਘ ਗਏ। ਤੇ ਕੀ ਗੁਰੂ ਇਹ ਨਹੀਂ ਕਹਿੰਦਾ ਹੋਵੇਗਾ? ਮੈਂ ਤਾਂ ਅਰਜ਼ ਕੀਤੀ ਹੈ ਕਿ ਵੀ ਜਦੋਂ ਜਾਓ, ਸਮਾਂ ਮਿਲੇ ਤੇ ਇਹਨਾਂ ਸ਼ਹੀਦਾਂ ਦੇ ਅਸਥਾਨਾਂ ਤੇ ਆਪਣੇ ਨਿਆਣਿਆਂ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਣਾ ਚਾਹੀਦਾ। ਪੰਜਾਬ ਦੀ ਧਰਤੀ ਹੈ ਬੜੀ ਮਹਾਨ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਖੈਰ ਬੇਨਤੀ ਜਿਹੜੀ ਮੈਂ ਕਰਨ ਲੱਗਾ ਸਾਂ, ਕਹਿੰਦੇ ਫਿਰ ਜਿਹੜਾ ਦਇਆਲ ਸਿੰਘ ਰਈਸ ਸੀ ਨਾ, ਬੜਾ ਧਨਾੜ ਬੰਦਾ ਸੀ। ਤੇ ਜਦੋਂ ਅਸਥਾਨ ਬਣ ਕੇ ਤਿਆਰ ਹੋ ਗਿਆ ਤਾਂ ਜਿਹੜਾ ਗ੍ਰੰਥੀ ਸਿੰਘ ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਲੱਗਾ, ਇਤਿਹਾਸ ਕਹਿੰਦੇ, ਕਿਉਂਕਿ ਇਤਿਹਾਸ ਵਿੱਚ ਜੋ ਕੁਝ ਲਿਖਿਆ ਜਦੋਂ ਪੜ੍ਹਦੇ ਆ ਫਿਰ ਪਤਾ ਚੱਲਦਾ ਹੈ। ਕਹਿੰਦੇ ਜਦੋਂ ਗ੍ਰੰਥੀ ਸਿੰਘ ਅਰਦਾਸ ਕਰਨੀ ਲੱਗਾ, ਅਜੇ ਉਹਨੇ ਅਰਦਾਸ ਸ਼ੁਰੂ ਹੀ ਕਰਨੀ ਸੀ, ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਸੰਗਤ ਬੋਲਦੀ ਸੀ। ਤੇ ਉਹ ਦਇਆਲ ਸਿੰਘ ਕੰਨ ਵਿੱਚ ਜਾ ਕੇ ਕਹਿੰਦਾ, ਗ੍ਰੰਥੀ ਸਿੰਘ ਜੀ ਇੱਕ ਮੇਰੇ ਤੇ ਕਿਰਪਾ ਤਰਸ ਕਰਿਓ,
ਜਿਹੜੀ ਤੁਸੀਂ ਅਰਦਾਸ ਕਰਨ ਲੱਗੇ ਹੋ, ਅਖੀਰ ਦੇ ਵਿੱਚ ਇਹ ਕਹੋ ਕਿ ਦਇਆਲ ਸਿੰਘ ਦੇ ਘਰ ਦੇ ਵਿੱਚ ਕੋਈ ਔਲਾਦ ਨਾ ਹੋਵੇ। ਜਦੋਂ ਇਹ ਗੱਲ ਗ੍ਰੰਥੀ ਸਿੰਘ ਦੇ ਕੰਨਾਂ ਵਿੱਚ ਪਈ ਤੇ ਉਹਨੇ ਤੇ ਵਿਚਾਰੇ ਨੇ ਠਠੰਬਰਨਾ ਹੀ ਹੈ। ਜਦੋਂ ਕੋਈ ਕੰਨ ਵਿੱਚ ਇਹ ਕਹਿ ਦੇਵੇ ਵੀ ਇਹ ਅਰਦਾਸ ਕਰਿਓ, ਵੀ ਇਹ ਅਰਦਾਸਾਂ ਤੇ ਰੋਜ਼ ਹੀ ਕਰਦੇ ਆ ਕਿ ਅਰਦਾਸ ਕਰੋ ਜੀ ਘਰ ਵਿੱਚ ਪੁੱਤਰ ਹੋਵੇ, ਇਹ ਤਾਂ ਅਰਦਾਸਾਂ ਰੋਜ਼ ਕਰਦੇ ਵੀ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ। ਪਰ ਜਦੋਂ ਕਿ ਅਰਦਾਸੀਏ ਦੇ ਕੰਨ ਵਿੱਚ ਇਹ ਕਹਿ ਦੇਵੇ ਕਿ ਵੀ ਇਹ ਅਰਦਾਸ ਕਰਿਓ ਵੀ ਮੇਰੇ ਘਰ ਵਿੱਚ ਪੁੱਤਰ ਨਾ ਹੋਵੇ, ਭਾਵੇਂ ਮੈਂ ਹੀ ਖਲੋਤਾ, ਮੈਂ ਹੀ ਇੱਕਦਮ ਹੈਰਾਨ ਹੋ ਜਾਵਾਂਗਾ, ਮੈਂ ਕਹਾਂਗਾ ਵੀ ਨਹੀਂ। ਕਿਉਂ? ਕਿਉਂਕਿ ਮੈਂ ਸੋਚਾਂਗਾ ਵੀ ਸ਼ਾਇਦ ਇਹਦੇ ਕਹਿਣ ਦੇ ਵਿੱਚ ਕੋਈ ਫਰਕ, ਇਹਨੂੰ ਭੁਲੇਖਾ ਲੱਗ ਗਿਆ। ਜਦੋਂ ਗ੍ਰੰਥੀ ਸਿੰਘ ਨੂੰ ਆਖਿਆ ਕਿ ਇੰਨੀ ਕੁ ਕਿਰਪਾ ਕਰਿਓ, ਅਰਦਾਸ ਵਿੱਚ ਰੋਜ਼ ਇਹ ਕਹੋ ਕਿ ਦਇਆਲ ਸਿੰਘ ਦੇ ਘਰ ਦੇ ਵਿੱਚ ਕੋਈ ਔਲਾਦ ਨਾ ਹੋਵੇ। ਦਇਆਲ ਸਿੰਘ ਦੇ ਘਰ ਦਾ ਜੀ ਮੈਂਬਰ ਦੁਨੀਆ ਦੇ ਉੱਪਰ ਉਹਦਾ ਕੋਈ ਨਾਮੋ ਨਿਸ਼ਾਨ ਨਾ ਰਵੇ, ਉਹਦੀ ਕੋਈ ਯਾਦਗਾਰ ਨਾ ਰਵੇ, ਸਭ ਕੁਝ ਖਤਮ ਹੋ ਜੇ, ਘਰ ਦੇ ਵਿੱਚ ਔਲਾਦ ਨਾ ਹੋਵੇ, ਬਸ ਇਹ ਅਰਦਾਸ ਤੁਸੀਂ ਕਰਿਓ। ਇਤਿਹਾਸ ਇਹ ਕਹਿੰਦਾ, ਗ੍ਰੰਥੀ ਸਿੰਘ ਕਹਿੰਦਾ ਬਾਬਾ ਜੀ ਇਹ ਅਰਦਾਸ ਮੈਂ ਨਹੀਂ ਕਰ ਸਕਦਾ, ਮੇਰੇ ਤੋਂ ਇਹ ਅਰਦਾਸ ਨਹੀਂ ਹੋਣੀ। ਇਤਿਹਾਸ ਕਹਿੰਦੇ ਉਸ ਸਮੇਂ ਦਇਆਲ ਸਿੰਘ ਨੇ ਆਪਣੇ ਗਲ ਦੇ ਵਿੱਚ ਪੱਲੂ ਪਾ ਕੇ, ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਚਮਕੌਰ ਸਾਹਿਬ, ਆਪ ਉਹਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਔਲਾਦ ਨਾ ਹੋਵੇ, ਮੇਰਾ ਦੁਨੀਆ ਤੇ ਨਾਮ ਨਾ ਰਵੇ। ਜਦੋਂ ਗ੍ਰੰਥੀ ਸਿੰਘ ਨੇ ਬਾਅਦ ਵਿੱਚ ਪੁੱਛਿਆ ਕਿ ਭਾਈ ਸਾਹਿਬ ਜੀ ਇਹ ਅਰਦਾਸ ਤੁਸੀਂ ਕਿਉਂ ਕਰਦੇ ਹੋ, ਉਹ ਕਹਿੰਦਾ ਜਿਸ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਇਸ ਗੜੀ ਦੇ ਵਿੱਚ ਸ਼ਹੀਦ ਕਰਵਾਏ ਨੇ, ਜਾਨਾਂ ਤੋਂ ਪਿਆਰੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਹੋਈ ਹੈ, ਮੈਂ ਤਾਂ ਕੇਵਲ ਉਹਨਾਂ ਦੀ ਯਾਦਗਾਰੀ ਬਣਾਈ ਹੈ। ਇਹ ਨਾ ਹੋਵੇ ਕਿ ਮੇਰੀ ਔਲਾਦ ਹੋਵੇ, ਮੇਰਾ ਪਰਿਵਾਰ ਹੋਵੇ ਤੇ ਉਹ ਇਸ ਜਗ੍ਹਾ ਤੇ ਆ ਕੇ ਕਬਜ਼ਾ ਕਰਕੇ ਉਹ ਆਪਣੀ ਸੋਹਿਲੇ ਗਾਉਂਦੇ ਰਹਿਣ, ਪਰ ਕਹਿੰਦੇ ਮੇਰੀ ਤਾਂ ਕੁਰਬਾਨੀ ਕੋਈ ਨਹੀਂ, ਪਰ ਮੇਰਾ ਗੁਰੂ ਤਾਂ ਇੰਨੀ ਵੱਡੀ ਕੁਰਬਾਨੀ ਕਰਕੇ ਗਿਆ ਹੈ, ਇਸ ਲਈ ਮੇਰਾ ਕੋਈ ਨਿਸ਼ਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਨਿਸ਼ਾਨੀਆਂ ਤਾਂ ਗੁਰੂ ਦੀਆਂ ਹਨ। ਐਸੇ ਵੀ ਸਿੱਖ ਪਏ ਨੇ ਜਿਹੜੇ ਗੁਰੂਆਂ ਦੀਆਂ ਯਾਦਗਾਰਾਂ ਬਣਾ ਗਏ, ਪਰ ਕਿਤੇ ਉਹਨਾਂ ਨੇ ਕੁਝ ਵੀ ਨਾਮ ਤੱਕ ਨਹੀਂ ਲਿਖਿਆ। ਗਿਆਨੀ ਸੰਤ ਸਿੰਘ ਮਸਕੀਨ ਦੀ ਮੈਂ ਇੱਕ ਦਿਨ ਕਥਾ ਸੁਣਦਾ ਸਾਂ, ਬੜੀ ਉਹਨਾਂ ਵਰਗਾ ਮੈਨੂੰ ਨਹੀਂ ਲੱਗਦਾ ਵੀ ਕੋਈ ਵਿਦਵਾਨ ਆਏਗਾ, ਮਸਕੀਨ ਜੀ ਵਰਗਾ। ਔਰ ਉਹ ਕਹਿ ਰਹੇ ਸਨ, ਕਹਿੰਦੇ ਮੈਂ ਪਟਨਾ ਸਾਹਿਬ ਦੀ ਧਰਤੀ ਤੇ ਉਹ ਜਦੋਂ ਵੀ ਪਟਨਾ ਸਾਹਿਬ ਜਾਂਦੇ ਗੁਰਪੁਰਬ ਤੇ ਕਥਾ ਕਰਦੇ ਸਨ। ਕਹਿੰਦੇ ਜਦੋਂ ਮੈਂ ਕਥਾ ਕਰਕੇ ਬਾਹਰ ਨਿਕਲਿਆ ਤੇ ਪਟਨਾ ਸਾਹਿਬ ਕਹਿੰਦੇ ਬਾਹਰ ਕੀ ਦੇਖਿਆ ਵੀ ਇੱਕ ਬੰਦਾ, ਉਮਰ ਉਹਦੀ ਭਾਵੇਂ 60-65 ਸਾਲ ਦੀ ਸੀ, ਬਜ਼ੁਰਗ ਬਾਪੂ, ਉਹ ਕਹਿੰਦੇ ਨਾ ਪੱਥਰ ਦੇ ਉੱਪਰ ਐਦਾਂ ਹੱਥ ਮਾਰੀ ਜਾਵੇ, ਕਦੀ ਕੰਧਾਂ ਵੱਲ ਦੇਖੇ, ਕਦੀ ਥੱਲੇ ਸਾਫ਼ ਕਰ ਕਰ ਦੇਖੇ। ਤੇ ਉਹ ਗਿਆਨੀ ਜੀ ਕਹਿੰਦੇ ਮੈਂ ਜਾ ਕੇ ਪੁੱਛਿਆ ਕਿ ਬਾਬਾ ਜੀ ਕੀ ਲੱਭਦੇ ਪਏ ਹੋ? ਉਹ ਕਹਿੰਦਾ ਮੈਂ ਪਿਛਲੇ ਸਾਲ ਕਮੇਟੀ ਨੂੰ ਕੁਝ ਮਾਇਆ ਦੇ ਗਿਆ ਸੀ ਵੀ ਮੇਰਾ ਇੱਥੇ ਪੱਥਰ ਲਾ ਦਿਓ ਤੇ ਉੱਤੇ ਨਾਂ ਲਿਖ ਦਿਓ। ਤੇ ਮਸਕੀਨ ਸਾਹਿਬ ਜੀ ਕਹਿੰਦੇ ਹੱਦ ਹੋ ਗਈ, ਲੋਕ ਗੁਰਦੁਆਰੇ ਰੱਬ ਦਾ ਨਾਂ ਲੱਭਣ ਆਉਂਦੇ ਨੇ ਤੇ ਤੂੰ ਬਾਪੂ ਇਸ ਉਮਰ ਵਿੱਚ ਆਪਣਾ ਨਾਂ ਲੱਭਦਾ ਪਿਆ ਹੈ। ਲੋਕ ਰੱਬ ਦਾ ਨਾਮ ਲੱਭਦੇ ਨਹੀਂ, ਪਰ ਇਹ ਉਹ ਵੀ ਨੇ ਦੁਨੀਆ ਦੇ ਵਿੱਚ ਜਿਹੜੇ ਕਹਿੰਦੇ ਸਾਡਾ ਨਾਮ ਹੋਵੇ, ਸਾਡਾ ਨਾਮ ਬੋਲਿਆ ਜਾਵੇ। ਪੱਖਾ ਗੁਰਦੁਆਰੇ ਇੱਕ ਚੜਾਉਣਗੇ ਤੇ ਤਿੰਨਾਂ ਦੇ ਉੱਪਰ ਨਾਮ ਲਿਖਿਆ ਹੁੰਦਾ ਹੈ ਵੀ ਜਦੋਂ ਬੰਦ ਹੋਣ ਤੋਂ ਬਾਅਦ ਉਹ ਰੁਕੇ, ਕਮ ਸੇ ਕਮ ਜਿਨ੍ਹਾਂ ਨੇ ਹਵਾ ਲਈ ਉਹਨੂੰ ਪਤਾ ਤਾਂ ਲੱਗੇ ਵੀ ਫਲਾਨਿਆਂ ਨੇ ਲਾਇਆ ਹੈ। ਪਰ ਉਹ ਵੀ ਨੇ ਭਾਈ ਦਇਆਲ ਸਿੰਘ ਵਰਗੇ ਜਿਹੜੇ ਅਰਦਾਸਾਂ ਕਰ ਗਏ ਵੀ ਸਾਡਾ ਕੁਝ ਵੀ ਨਾ ਰਵੇ, ਇੰਨੀ ਵੱਡੀ ਕੁਰਬਾਨੀ ਵਾਲੇ ਸਿੱਖ ਹੋਏ ਨੇ ਸਾਡੀ ਕੌਮ ਦੇ ਵਿੱਚ। ਤੇ ਅੱਜ ਆਪਾਂ ਗੁਰੂ ਚਰਨਾਂ ਦੇ ਵਿੱਚ ਬੈਠੇ ਹਾਂ। ਜਿਹੜੀ ਮੈਂ ਬੇਨਤੀ ਪਹਿਲੋਂ ਆਰੰਭ ਕੀਤੀ ਸੀ ਸ਼ੁਰੂ ਵਿੱਚ ਕਿ ਕੋਈ ਦਿਨ ਮਾੜਾ ਨਹੀਂ, ਸਾਰੇ ਦਿਨ ਚੰਗੇ ਨੇ, ਕੋਈ ਸਾਲ ਭੈੜਾ ਨਹੀਂ। ਦਰਅਸਲ ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ, ਜਿਸ ਚੀਜ਼ ਦੇ ਵਿੱਚ ਅਸੀਂ ਪ੍ਰਵੇਸ਼ ਨਹੀਂ ਕੀਤਾ, ਜੋ ਅਸੀਂ ਨਹੀਂ ਵੇਖਿਆ, ਜਿਹੜੀ ਚੀਜ਼ ਨਹੀਂ ਵੇਖੀ ਨਹੀਂ ਮਿਲੀ, ਉਹ ਚੀਜ਼ ਨਵੀਂ ਹੁੰਦੀ ਹੈ। ਕੱਪੜੇ ਜਿਹੜੇ ਆਪਾਂ ਨਹੀਂ ਵੇਖੇ, ਜਿਹੜੇ ਨਹੀਂ ਖਰੀਦੇ ਨਾ, ਉਹ ਨਵੇਂ ਨੇ। ਕੋਈ ਜਾਕਟ ਲਈ ਹੈ,
घर विच लिआंदी है नवीं है, पाई है एक दिन 2 दिन महीना पाई है, वो पुरानी कतार दे विच लग जानी भी पुरानी हो गई। इसे तरह जेड़ा जेड़ा भी साल बतीत हुंदा जा रहा है वो पुराना हो रहा है ते नवें दी सानू उड़ीक होंदी है। 2021 शुरू हो गया, किसी दिन ये पुराने दी लाइन विच आ जाना शुरू हो गया ते नवें दी आपां उड़ीक करांगे। मैं ये अर्ज कर रहा सां, मेरे सतगुरु जी कहंदे नानक सोई दिनस सुहावड़ा जित प्रभ आवे चित, जिस दिन विसरै पार ब्रह्म। जिस दिन पार ब्रह्म जी का कोई उरार नहीं, कोई पार नहीं, वो कौन है? अकाल पुरख वाहिगुरु। जिस दिन कहते वो अकाल पुरख वाहिगुरु विसर जाता है, वो दिन भावें कोई भी होवे, भावें बुधवार ही होवे। साडे सिख तां विचारे शनिवार गड्डी नहीं खरीदते, कंपनी वाले आप दसदे पंजाब की धरती ते कोई सज्जन सी मित्र मेरा, वो शनिवार गड्डी खरीदन चल गए। वो कहते तुसीं किद्दां आ गए? कहते क्यों? कहते तुहाडा भाईचारा तां इदां दे भी सिख हैगे ने, वो शनिवार खरीदते नहीं। कहते नहीं शनिवार बहुत माड़ा हुंदा है, तो शनिवार फिर रोटी खानी किहड़ा चंगी हुंदी, वो भी तो माड़ी हो गई, सौना भी तो माड़ा ही हो गया। असीं गुरु कोल आके घर दे विच वेखो शनिवार नूं माड़ा गिणदे हां। जे शनिवार नूं घर विच पुत्तर पैदा हो जे फिर चुक के बाहर उड़ी ते थोड़ी सुੱਟ आवांगे भी अज तां शनिवार सी। जदों गुरबाणी नूं पढ़दे हां, गुरबाणी ने सानूं जिथे प्यार नाल समझाया है, प्रेम नाल समझाया है, उत्थे गुरबाणी ने सानूं हलूणा भी दिता है। जिथे मन नूं प्यारा आखिया है, जिथे इस मन नूं प्यारा आखिया उत्थे नूं चंचल भी कह दिता। ए मन प्यारिया तू सदा सच संभाले, यह कुटुंब तू जे देखदा चलने ना ही तेरे नाले। ते उत्थे मेरे सतगुरु जी मन नूं जिथे प्यारा कहंदे ने, उत्थे कहंदे ए मन चंचला चतराई किने ना पाया। चतराइयां दे नाल दुनिया दे विच तां तू कामयाब हो जाएगा। बड़े लोग ने चतराइयां नाल दुनिया दे विच तां कामयाब हो जांदे ने, दुनिया नूं तां पा लैंदे ने। चतराई नाल तुसीं गरीब तो अमीर हो सकदे हो, पर चतराई दे नाल तुसीं गुरु दी खुशी नहीं लै सकदे। गुरु दी खुशी तुहानूं मिलनी है प्यार नाल, गुरु नूं अपना आप समर्पित हो के। उदाहरण वजों, क्योंकि दूजे जदों ग्रंथां नूं पढ़ांगे ना, फिर ही असीं अपने इतिहास नूं वड्डा आखांगे। कहंदे जिस समय कृष्ण जी दे कोल दुर्योधन भी है, ते पांडवां दे विचों 5 पांडवां दा भरा सी ना जिहड़ा, वो वड्डा सी, उहदा नाम सी युधिष्ठिर। वो वड्डा सी, सियाणा सूझवान बड़ा मन्निया है। पर कैरवां दे विचों सी दुर्योधन, हंकारी बड़ा सी। बाणी विच बहुत गल कीती दुर्योधन दी। मेरी मेरी कैरों करते दुर्योधन से भाई, 12 जोजन छतर चले था देही गिरज न खाई। गिरजा ने दुर्योधन नूं क्यों नहीं खाधा? कदी पढ़ के देखो इतिहास। क्योंकि कहते ने भी जदों दुर्योधन उन्हों पता चलिया भी भीमसैन दे नाल मेरी लड़ाई होनी है, जंग होना है, उन्होंने ये भी पता सी भी वो मेरे नाल तकड़ा बहुत है, भी जे उन्हें मैनू गिचियों फड़ लिया तो उन्हें उठन नहीं देना। वो कहते फिर जंगलों के विच जाके देवी देवतियां नूं उन्हें ध्याउणा शुरू कर दिता। गुरबाणी जो कह रही है, क्योंकि कई दफा आपां कहने भी दूजे धर्मां की गल ना करो, जे नहीं करांगे तो अपने धर्म नूं किद्दां समझोगे। मैं तो रात भी अर्ज की सी, मंदिर विच भी जाओ, चर्च गिरजा घर मस्जिद विच जाओ, सब जगह जाओ नॉलेज दे वास्ते, फिर ही तुसीं कहोगे भी सब ते वड्डा सतगुरु नानक। उन्ना चिर नहीं कह सकते। गुरु नानक कोई शरीर कद करके वड्डा नहीं, गुरु नानक सोच करके वड्डा है। सोच करके गुरु नूं वड्डा कहने आ। कहते जिस समय दुर्योधन जदों जंगल विच गया, देवी देवतियां नूं ध्याउणा शुरू किया, ते वर ये मंगदा सी कि मैं दुर्योधन कहना भी भीमसैन मैनू मार ना सके, जो बाणी विच हवाले दिते ने। कहना मैनू भीमसैन मार ना सके। आवाज़ ये पई, कहते तैनू भीमसैन नहीं मार सकेगा, तेरा शरीर पत्थर दा बन जाएगा। कहते बन भी गया सी। जो उदाहरण है, पत्थर तो भाव उसकी बॉडी इन्नी क स्ट्रोंग हो गई, इन्नी क ताकतवर हो गई कि पता ही ना लगे। अज भी तुसी वेखो
ਆ ਜਿਹੜੇ ਰੈਸਲਿੰਗ ਕਰਦੇ ਨੇ ਪੱਥਰਾਂ ਵਰਗੇ ਹੀ ਨੇ, ਜੋ ਮਰਜੀ ਕੁਰਸੀਆਂ ਮੇਜ਼ ਡਾਂਗਾ ਮਾਰੋ, ਪਤਾ ਹੀ ਨਹੀਂ ਚੱਲਦਾ ਉਹਨਾਂ ਨੂੰ। ਤੇ ਫਿਰ ਜੇ ਦੁਰਯੋਧਨ ਦੀ ਗੱਲ ਕਰੀਏ ਤੇ ਫਿਰ ਕਿਉਂ ਭੱਜਦੇ ਆ? ਕਹਿੰਦੇ ਇੰਨਾ ਕੁ ਸਰੀਰ ਉਹਦਾ ਪੱਥਰ ਵਾਂਗ ਹੋ ਗਿਆ। ਪਰ ਕਹਿੰਦੇ ਇੱਕ ਉਹਨੂੰ ਇਹ ਵੀ ਆਵਾਜ਼ ਪਈ ਕਿ ਤੈਨੂੰ ਮਾਰ ਨਹੀਂ ਸਕੇਗਾ ਭੀਮ ਸੈਨ, ਪਰ ਕਹਿੰਦੇ ਇੱਕ ਕੰਮ ਤੈਨੂੰ ਹੋਰ ਕਰਨਾ ਪੈਣਾ। ਕਹਿੰਦੇ ਜਿਹੜੀ ਤੇਰੀ ਮਾਤਾ ਹੈ ਨਾ ਕੁੰਤੀ, ਉਹਦੇ ਅੱਗੋਂ ਦੀ ਤੈਨੂੰ ਨਿਰਵਸਤਰ ਹੋ ਕੇ ਲੰਘਣਾ ਪਏਗਾ। ਹੁਣ ਬਹੁਤ ਵੱਡੀ ਗੱਲ ਹੈ, ਜਦੋਂ ਬੱਚੇ ਹੁੰਦੇ ਆ ਤਾਂ ਵੱਖਰੀ ਗੱਲ ਹੈ, ਵੱਡਿਆਂ ਹੋ ਕੇ ਤਾਂ ਬਹੁਤ ਔਖਾ ਕੰਮ ਹੈ। ਕਹਿੰਦੇ ਆਪਣੀ ਕ੍ਰਿਸ਼ਨ ਜੀ ਦੇ ਕੋਲ ਗਿਆ, ਕਹਿੰਦਾ ਜੀ ਵੀ ਐਦਾਂ ਕਹਾਣੀ ਵਾਪਰੀ ਹੈ। ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਬਈ ਤੂੰ ਇੰਨਾ ਮੂਰਖ ਵੀ ਆਪਣੇ ਆਪ ਨੂੰ ਬਚਾਉਣ ਦੇ ਲਈ ਮਾਤਾ ਕੋਲ ਐਦਾਂ ਜਾਏਗਾ। ਕਹਿੰਦੇ ਫਿਰ ਮੈਂ ਕੀ ਕਰਾਂ? ਕਹਿੰਦੇ ਫਿਰ ਆਪਣੇ ਤਨ ਬਸਤਰ ਤੇ ਕਹਿੰਦੇ ਕੁਝ ਕੁ ਪੱਤੇ ਆਦਿ ਕੋ ਬੰਨੇ, ਜੋ ਲਿਖਿਆ। ਕਹਿੰਦੇ ਜਿੱਥੇ ਜਿੱਥੇ ਕਹਿੰਦੇ ਤੁਹਾਡੀ ਮਾਤਾ ਦੀ ਨਜ਼ਰ ਪਏਗੀ, ਤੁਹਾਡਾ ਸਰੀਰ ਇੰਨਾ ਸਟਰੋਂਗ, ਇੰਨਾ ਕੁ ਤਾਕਤਵਰ ਹੋ ਜਾਊਗਾ ਕਿ ਭੀਮ ਸੈਨ ਦੀ ਗਦਾ ਨੇ ਤੁਹਾਡਾ ਕੁਝ ਨਹੀਂ ਵਿਗਾੜਨਾ, ਕੁਝ ਨਹੀਂ ਹੋਣਾ ਤੁਹਾਨੂੰ। ਪਰ ਕਹਿੰਦੇ ਜਦੋਂ ਤਨ ਕੁਝ ਕੋ ਨੇ ਢੱਕ ਲਿਆ, ਕਹਿੰਦੇ ਮਾਤਾ ਦੇ ਅੱਗੋਂ ਦੀ ਤੂੰ ਲੰਘੀ। ਤੇ ਕਹਿੰਦੇ ਜਦੋਂ ਦੋਵਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਨਾ, ਕਿਉਂਕਿ ਮੈਂ ਇਹ ਤਾਂ ਬੇਨਤੀ ਕਰਦਾ, ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰੀ ਕੈਰੋਂ ਕਰਤੇ ਦਰਜੋਧਨ ਸੇ ਭਾਈ, 12 ਜੋਜਨ ਛਤਰ ਚਲੇ ਤਾਂ ਦੇਹੀ ਗਿਰਜ ਨਾ ਖਾਈ। ਵੀ ਗਿਰਜਾਂ ਨੇ ਉਹਦੀ ਦੇਹ ਸਰੀਰ ਨੂੰ ਕਿਉਂ ਨਹੀਂ ਖਾਧਾ, ਜਦੋਂ ਕਿ ਗਿਰਜਾਂ ਤਾਂ ਮਰੇ ਹੋਏ ਡੰਗਰਾਂ ਨੂੰ ਨਹੀਂ ਛੱਡਦੀਆਂ, ਤੇ ਦੁਰਯੋਧਨ ਨੂੰ ਕਿੱਥੇ ਛੱਡਣਾ ਉਹਨਾਂ ਨੇ। ਦਰਅਸਲ ਕਹਿੰਦੇ ਉਸ ਸਮੇਂ ਉਹ ਅੱਗੋਂ ਦੀ ਲੰਘਿਆ, ਪਰ ਉਹਦਾ ਸਰੀਰ ਉੱਥੇ ਪੱਥਰ ਨਾ ਬਣਿਆ ਜਿੱਥੇ ਉਹਨੇ ਪੱਤੇ ਆਦਿਕ ਤਨ ਤੇ ਲਗਾਏ ਹੋਏ ਸਨ। ਤੇ ਜਦੋਂ ਉਹ ਮੈਦਾਨੀ ਜੰਗ ਵਿੱਚ ਗਿਆ, ਕਾਫੀ ਸਮਾਂ ਕਹਿੰਦੇ ਉਹ ਘੰਟਿਆਂ ਬੱਧੀ ਲੜਦੇ ਰਹੇ। ਅਖੀਰ ਕਹਿੰਦੇ ਜਿਸ ਸਮੇਂ ਭੀਮ ਸੈਨ ਨੇ ਕ੍ਰਿਸ਼ਨ ਜੀ ਵੱਲ ਨਜ਼ਰ ਮਾਰੀ ਤਾਂ ਉਹਨਾਂ ਨੇ ਇਸ਼ਾਰਾ ਕੀਤਾ ਵੀ ਨੇ ਇੱਦਾਂ ਨਹੀਂ ਮਰਨਾ, ਕਿਉਂਕਿ ਉਹਨਾਂ ਨੇ ਸਾਰੀ ਜੁਗਤ ਦੱਸੀ ਸੀ। ਉਹਨਾਂ ਨੇ ਇਸ਼ਾਰਾ ਕੀਤਾ ਵੀ ਇਹਦੇ ਗਦਾ ਇੱਥੇ ਮਾਰੇ ਨੇ ਤਾਂ ਮਰਨਾ। ਪਰ ਜਿੱਤੇ ਇਸ਼ਾਰਾ ਕੀਤਾ ਉੱਥੇ ਹੀ ਮਾਰੀ, ਨਾਲ ਦੀ ਨਾਲ ਕਹਿੰਦੇ ਭਵਟਣੀ ਖਾ ਕੇ ਡਿੱਗ ਪਿਆ, ਭੋਗ ਪੈ ਗਿਆ, ਮੌਤ ਹੋ ਗਈ। ਫਿਰ ਭਗਤ ਨਾਮਦੇਵ ਜੀ ਨੇ ਹਵਾਲਾ ਦਿੱਤਾ। ਇਹ ਮੈਂ ਤਾਂ ਇਸ ਬੰਨੇ ਗਿਆ ਤਾਂ ਕਿ ਪੰਕਤੀ ਪੂਰੀ ਸਮਝ ਆ ਜੇ। ਮੇਰੀ ਕੈਰੋਂ ਕਰਤੇ, ਮੇਰੀ ਕਰ ਰਹੇ ਸਨ ਕਿ ਪਾਂਡਵਾਂ ਦਾ ਸਭ ਕੁਝ ਸਾਨੂੰ ਮਿਲ ਜੇ। ਮੇਰੀ ਕੈਰੋਂ ਕਰਤੇ ਦਰਜੋਧਨ ਸੇ ਭਾਈ, ਦੁਰਯੋਧਨ ਵਰਗੇ ਉਹਦੇ ਭਰਾ ਵੀ। ਪਰ ਜਦੋਂ ਅੰਤਮ ਸਮੇਂ ਮਰਿਆ ਦੁਰਯੋਧਨ, ਕਹਿੰਦੇ ਦੇਹੀ ਗਿਰਜ ਨਾ ਖਾਈ, ਉਹਦੀ ਦੇਹ ਇੰਨੀ ਕੁ ਪੱਥਰ ਬਣ ਗਈ। ਤੇ ਹੁਣ ਪੱਥਰ ਨੂੰ ਤੇ ਗਿਰਜਾਂ ਖਾਣਗੀਆਂ ਕੋਈ ਨਹੀਂ। ਜਿਹੜਾ ਇੰਨਾ ਹੰਕਾਰੀ ਸੀ, ਹੰਕਾਰੀ ਬੰਦੇ ਨੂੰ ਤਾਂ ਜਾਨਵਰ ਵੀ ਕਬੂਲ ਨਹੀਂ ਕਰਦੇ, ਗੁਰੂ ਨੇ ਕਿੱਥੋਂ ਕਰਨਾ ਹੈ। ਇੱਥੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿੰਦੇ ਜਿੱਥੇ ਹਉਮੈ ਉੱਥੇ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ, ਤੇ ਜਿੱਥੇ ਗੁਰੂ ਦੀ ਬਖਸ਼ਿਸ਼ ਆ ਜੇ ਉਹਦੇ ਉੱਥੇ ਹਉਮੈ ਆਪਣੇ ਆਪ ਪਰੇ ਹੋ ਜਾਂਦੀ ਹੈ। ਹਉ ਮੈਂ ਭਾਵ ਜਿੱਥੇ ਹਉ ਹੈ, ਜਿੱਥੇ ਮੈਂ ਹੈ, ਪ੍ਰੇਮ ਦੇ ਅਰਥ ਕੀ ਨੇ? ਪਰੇ ਮੈਂ ਹੈ। ਜੇ ਪ੍ਰੇਮ ਹੋਵੇ ਤੇ ਮੈਂ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ, ਤੇ ਜਿੱਥੇ ਇੰਜ ਕਹਿ ਲਓ ਮੈਂ ਆ ਜੇ ਉੱਥੇ ਪ੍ਰੇਮ ਪਰੇ ਹੋ ਜਾਂਦਾ ਹੈ। ਇਸੇ ਲਈ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ ਸਾਚ ਕਹੂੰ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਨੂੰ ਉਹਨੇ ਹੀ ਪ੍ਰਾਪਤ ਕੀਤਾ, ਗੁਰੂ ਦੇ ਚਰਨਾਂ ਵਿੱਚ ਉਹ ਪ੍ਰਵਾਨ ਹੋਏ ਨੇ ਜਿਨ੍ਹਾਂ ਨੇ ਗੁਰੂ ਨੂੰ ਪ੍ਰੇਮ ਕੀਤਾ ਹੈ, ਪਿਆਰ ਕੀਤਾ ਹੈ। ਗੁਰੂ ਨੂੰ ਪ੍ਰੇਮ ਕਰਨਾ ਕਿ ਗੁਰਬਾਣੀ ਨੂੰ ਸਮਝਣਾ, ਸੁਣਨਾ। ਆਓ ਅੰਮ੍ਰਿਤ ਵੇਲੇ ਜਿਹੜਾ ਮੁੱਖ ਵਾਕ ਆਇਆ ਹੈ, ਉਸ ਮੁੱਖ ਵਾਕ ਦੀ ਆਪਾਂ ਕਥਾ ਗੁਰੂ ਬਖਸ਼ੇ ਸਦਕਾ ਆਰੰਭ ਕੀਤੀ ਸੀ। ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ, ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਜੇਵਾ ਏਕ। ਪਹਿਲਾਂ ਪੰਕਤੀਆਂ ਦੇ ਅਰਥ ਕਰਨ ਤੋਂ ਪਹਿਲੋਂ ਇਹਨਾਂ ਪੰਕਤੀਆਂ ਦੇ ਅਰਥ ਹੋਣਗੇ। ਜੇਵਾ ਏਕ,
ਜੇਵਾ ਦੇ ਅਰਥ ਨੇ ਜ਼ਬਾਨ। ਜ਼ਬਾਨ ਮੇਰੀ ਇੱਕ ਹੈ। 10 ਬੰਦੇ ਖਲੋਤੇ ਹੋਣ, ਉਹ ਕਵੇ ਤੂੰ ਮੇਰੀ ਸਿਫਤ ਨਹੀਂ ਕੀਤੀ, ਦੂਜਾ ਆਪਣੇ ਵੱਲ ਖਿੱਚੇ ਵੀ ਤੂੰ ਮੇਰੀ ਸਿਫਤ ਨਹੀਂ ਕੀਤੀ, ਆਪਾਂ ਕਵਾਂਗੇ ਜ਼ਬਾਨ ਇੱਕ ਹੈ, ਪਹਿਲਾਂ ਇਹਦਾ ਕੰਮ ਤਾਂ ਨਿਬੇੜ ਲੈਣ ਦੇ। ਪਰ ਸਤਿਗੁਰੂ ਜੀ ਕਹਿੰਦੇ ਜੇਵਾ ਏਕ ਕਵਨ ਗੁਣ ਕਹੀਐ, ਮਾਲਕ ਜੀ ਜ਼ਬਾਨ ਇੱਕ ਹੈ ਪਰ ਤੇਰੇ ਵਿੱਚ ਗੁਣ ਇੱਕ ਨਹੀਂ, ਗੁਣ ਤਾਂ ਬਹੁਤ ਜ਼ਿਆਦੇ ਨੇ। ਇੰਨੇ ਕੁ ਗੁਣ ਨੇ, ਇੰਨੀਆਂ ਕੁ ਰਹਿਮਤਾਂ ਨੇ, ਇਹ ਗੁਣ ਹੀ ਨੇ। ਮਨੁੱਖਾ ਜਨਮ ਪਰਮਾਤਮਾ ਵੱਲੋਂ ਮਿਲਿਆ, ਇਹ ਗੁਣ ਹੀ ਹੈ। ਬੋਲਣ ਲਈ ਜ਼ਬਾਨ ਮਿਲੀ, ਗੁਣ ਹੈ। ਦੁਨੀਆ ਨੂੰ ਸੁਣਨ ਦੇ ਵਾਸਤੇ ਕੰਨ ਦਿੱਤੇ, ਸੁਣ ਸਕਤੀ, ਗੁਣ ਹੈ। ਅੱਖਾਂ ਵੇਖ ਰਹੀਆਂ ਨੇ ਦੁਨੀਆ ਨੂੰ, ਗੁਣ ਹੈ। ਜ਼ਬਾਨ ਬੋਲਦੀ, ਗੁਣ ਹੈ। ਪੈਰਾਂ ਦੇ ਨਾਲ ਚੱਲਦੇ ਆ, ਸਾਰੇ ਸਰੀਰ ਬੋਡੀ ਨੂੰ ਚੁੱਕ ਕੇ ਤੁਰੇ ਫਿਰਦੇ ਨੇ, ਕੀ ਹੈ? ਰੱਬ ਦਾ ਗੁਣ ਹੀ ਹੈ। ਅੰਦਰ ਆਤਮਾ ਸਵਾਸ ਚੱਲ ਰਹੇ ਨੇ, ਰੱਬ ਦੇ ਗੁਣ ਨੇ। ਪਰ ਜਦੋਂ ਇਹ ਸਵਾਸ ਨਿਕਲ ਜਾਣ, ਉਹੀ ਸਰੀਰ ਹੈ, ਉਹੀ ਅੱਖਾਂ ਨੇ, ਕੁਛ ਵੀ ਬੰਦਾ ਕਰ ਨਹੀਂ ਸਕਦਾ। ਮਾਲਕ ਜੀ ਜੇਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ। ਬੇਸ਼ੁਮਾਰ ਦੇ ਅਰਥ ਨੇ ਜਿਹਦੀ ਗਿਣਤੀ ਨਾ ਹੋ ਸਕੇ, ਜਿਹੜੇ ਵਰਣਨ ਤੋਂ ਬਾਹਰ ਨੇ। ਬੇਸ਼ੁਮਾਰ, ਬੇਅੰਤ, ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਜੇਵਾ ਏਕ ਕਵਨ ਗੁਣ ਕਹੀਐ, ਕਿਹੜੇ ਕਿਹੜੇ ਗੁਣ ਲੱਭਾਂ, ਕਿਹੜੇ ਕਿਹੜੇ ਗੁਣਾਂ ਨੂੰ ਮੁਖ ਤੋਂ ਉਚਾਰਾਂ, ਤੂੰ ਤੇ ਦਿੱਤਾ ਹੀ ਬਹੁਤ ਕੁਝ ਹੈ। ਜੇ ਧਨ ਦੌਲਤ ਪਦਾਰਥਾਂ ਦੀ ਗੱਲ ਕਰੀਏ, ਉਹ ਤਾਂ ਬਾਅਦ ਦੀ ਗੱਲ ਹੈ, ਕਿਉਂਕਿ ਪਦਾਰਥ ਵੀ ਤਾਂ ਹੀ ਨੇ ਜੇ ਸਰੀਰ ਵਿੱਚ ਸਵਾਸ ਚੱਲਦੇ ਨੇ। ਗੱਡੀ ਵੀ ਤੇ ਤਾਂ ਹੀ ਚੰਗੀ ਲੱਗਦੀ ਹੈ ਜੇ ਸਵਾਸ ਨਹੀਂ। ਜੇ ਸਰੀਰ ਤੰਦਰੁਸਤ ਹੈ, ਘਰ ਵੀ ਤੇ ਤਾਂ ਹੀ ਚੰਗਾ ਲੱਗਦਾ ਹੈ। ਘਰ ਜਿੱਡਾ ਮਰਜ਼ੀ ਸੋਹਣਾ ਹੋਵੇ, ਤੰਦਰੁਸਤੀ ਨਹੀਂ, ਜੇ ਸਵਾਸ ਨਹੀਂ ਤੇ ਸਰੀਰ ਨੂੰ ਚੰਗਾ ਲੱਗੇਗਾ। ਜੇ ਸਵਾਸ ਹੀ ਨਿਕਲ ਕੇ ਜੋ ਮਰਜ਼ੀ ਪਿਆ ਰਵੇ ਕੋਲੇ, ਫਿਰ ਭਾਵੇਂ ਬੰਦਾ ਅਮਰੀਕਾ ਪਿਆ ਤੇ ਭਾਵੇਂ ਪੰਜਾਬ ਪਿਆ, ਫਿਰ ਤੇ ਕੁਝ ਵੀ ਨਹੀਂ। ਸਵਾਸਾਂ ਕਰਕੇ ਬੰਦੇ ਨੂੰ ਆਪਣੇ ਤੇ ਪਰਾਏ ਦੀ, ਚੰਗੇ ਤੇ ਮਾੜੇ ਦੀ, ਭਲੇ ਤੇ ਬੁਰੇ ਦੀ ਪਹਿਚਾਣ ਹੈ। ਤੇ ਸਤਿਗੁਰੂ ਜੀ ਕਹਿੰਦੇ ਜੇਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਹੇ ਮਾਲਕ ਵਾਹਿਗੁਰੂ ਜੀ, ਤੁਸੀਂ ਬੇਅੰਤ ਹੋ। ਜਿੱਥੇ ਤੁਸੀਂ ਬੇਅੰਤ ਹੋ, ਉੱਥੇ ਤੁਹਾਡੇ ਗੁਣ ਵੀ ਬੇਅੰਤ ਨੇ। ਤੇਰੋ ਅੰਤ ਨਾ ਕਿਨਹੀ ਲਈਐ, ਅੱਜ ਤੱਕ ਵਾਹਿਗੁਰੂ ਜੀ ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਲੱਭਿਆ, ਕਿਸੇ ਨੇ ਅੰਤ ਪਾਇਆ ਤੱਕ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਆਰੰਭਕ ਬਚਨ, ਤੁਮ ਦਾਤੇ। ਸਤਿਗੁਰੂ ਜੀ ਤੁਸੀਂ ਦਾਤੇ ਹੋ, ਤੁਹਾਡੇ ਕੋਲੋਂ ਹੀ ਦਾਤਾਂ ਮਿਲਦੀਆਂ ਨੇ। ਤੁਸੀਂ ਇਕੱਲੇ ਦਾਤੇ ਨਹੀਂ, ਤੁਸੀਂ ਠਾਕੁਰ ਜੇ, ਮਾਲਕ ਜੇ। ਇਕੱਲੇ ਤੁਸੀਂ ਮਾਲਕ ਨਹੀਂ, ਤੁਸੀਂ ਦਾਤਾਂ ਦੇਣ ਵਾਲੇ ਹੋ। ਤੇ ਦਾਤਾਂ ਦੇ ਕੇ ਤੁਸੀਂ ਸਾਡੀ ਪ੍ਰਤਪਾਲਣਾ ਵੀ ਕਰਦੇ ਹੋ, ਸਾਡੀ ਰਖਵਾਲੀ ਵੀ ਕਰਦੇ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਾਇਕ, ਨਾਇਕ ਦੇ ਅਰਥ ਨੇ ਭਾਵ ਆਗੂ। ਨਾਇਕ ਦੇ ਅਰਥ ਨੇ ਭਾਵ ਤੁਸੀਂ ਬਖਸ਼ਿਸ਼ਾਂ ਰਹਿਮਤਾਂ ਕਰਨ ਵਾਲੇ। ਖਸਮ ਦੇ ਅਰਥ ਵੀ ਮਾਲਕ ਨੇ, ਪਾਤਸ਼ਾਹ ਕਿਰਪਾ ਕਰਦੇ ਨੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ, ਨਿਮਖ, ਨਿਮਖ ਕੀ ਹੈ? ਆ ਸਾਡੀਆਂ ਅੱਖਾਂ ਨਾ ਚਮਕ ਰਹੀਆਂ ਨੇ ਬਾਰ-ਬਾਰ, ਇੱਦਾਂ। ਨਿਮਖ, ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਤੁਸੀਂ ਤੇ ਸਾਡੇ ਇੰਨੇ ਕੁ ਨੇੜੇ ਹੋ, ਤੁਸੀਂ ਤੇ ਸਾਡੀ ਪਲ ਪਲ ਨਿਮਖ ਨਿਮਖ ਪ੍ਰਤਪਾਲਣਾ ਕਰਦੇ ਹੋ। ਤੇ ਅਸੀਂ ਮਾਲਕ ਵਾਹਿਗੁਰੂ ਜੀ, ਹੇ ਮੇਰੇ ਮਾਲਕ ਵਾਹਿਗੁਰੂ ਜੀ, ਤੁਸੀਂ ਬਖਸ਼ਿਸ਼ਾਂ ਰਹਿਮਤਾਂ ਕਰਨ ਵਾਲੇ ਹੋ। ਤੁਸੀਂ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਅਸੀਂ ਤੁਹਾਡੇ ਸੇਵਕਾਂ ਦਾਸ ਹਾਂ, ਤੁਸੀਂ ਸਾਡੇ ਆਸਰੇ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਈਐ। ਤੇਰੋ ਅੰਤ ਤੋਂ ਭਾਵ ਹੈ ਕਿਸੇ
ਤਰ੍ਹਾਂ ਵੀ हे ਮਾਲਕ ਵਾਹਿਗੁਰੂ ਜੀ ਤੁਹਾਨੂੰ ਕੋਈ ਸਮਝ ਨਹੀਂ ਸਕਦਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਕਿਉਂਕਿ ਅੰਤ ਉਹਦਾ ਪਾਇਆ ਜਾ ਸਕਦਾ ਜਿਹਦੀ ਸ਼ੁਰੂਆਤ ਹੋਵੇ। ਜਿਹੜਾ ਹੈ ਹੀ ਬੇਅੰਤ, ਉਹਦਾ ਅੰਤ ਕਿੱਦਾਂ ਪਾਵਾਂਗੇ। ਰਹਾਓ ਕੋਟ ਪੁਰਾਦ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਇੱਕ ਨਹੀਂ ਦੋ ਨਹੀਂ ਹਜ਼ਾਰਾਂ ਨਹੀਂ ਲੱਖਾਂ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਕਰੋੜਾਂ ਪਾਪ ਸਾਡੇ ਤੁਸੀਂ ਤੋੜਨ ਦੀ, ਨਾਸ ਕਰਨ ਦੀ ਸਮਰੱਥਾ ਰੱਖਦੇ ਹੋ। ਕੱਲੇ ਸਾਡੇ ਕਰੋੜਾਂ ਪਾਪ ਹੀ ਤੁਸੀਂ ਨਾਸ ਨਹੀਂ ਕਰਦੇ, ਕਰੋੜਾਂ ਪਾਪ ਜਿੱਥੇ ਨਾਸ ਕਰਦੇ ਹੋ ਉਥੇ ਨਾਲ ਨਾਲ ਤੁਸੀਂ ਸਾਨੂੰ ਬਖਸ਼ਿਸ਼ਾਂ ਰਹਿਮਤਾਂ ਕਰਕੇ ਸਮਝਾਉਂਦੇ ਵੀ ਹੋ। ਤੁਸੀਂ ਜਿੱਥੇ ਬੰਦਾ ਕਿਸੇ ਨੂੰ ਸਮਝਾਉਂਦਾ ਹੈ, ਸਮਝਾ ਕੇ ਬੰਦਾ ਅੱਗੇ ਤੁਰ ਜਾਂਦਾ ਹੈ, ਉਹਦੀ ਗਾਂਹ ਮਦਦ ਨਹੀਂ ਕਰੇਗਾ। ਪਰ ਸਤਿਗੁਰੂ ਜੀ ਜਿੱਥੇ ਸਮਝਾਉਂਦੇ ਨੇ ਉਥੇ ਨਾਲੋਂ ਨਾਲ ਕਿਰਪਾ ਇਹ ਕਰਦੇ ਨੇ ਕਿ ਮਦਦ ਵੀ ਕਰਦੇ ਨੇ। ਕੋਟ ਅਪਰਾਧ, ਕਰੋੜਾਂ ਅਸੀਂ ਪਾਪ ਕੀਤੇ ਨੇ, ਅਸੀਂ ਪਾਪੀ ਹਾਂ, ਤੁਸੀਂ ਸਾਡੇ ਪਾਪਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਹੋ। ਅਨੇਕ ਵਿਧੀ, ਅਨੇਕਾਂ ਤੌਰ ਤਰੀਕਿਆਂ ਦੇ ਨਾਲ ਤੁਸੀਂ ਸਾਨੂੰ ਸਮਝਾ ਰਹੇ ਹੋ, ਵੱਖੋ ਵੱਖ ਰੂਪ ਦੇ ਵਿੱਚ ਆ ਕੇ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਹਮ ਅਗਿਆਨ, ਅਗਿਆਨ ਤੋਂ ਭਾਵ ਹੈ ਅਗਿਆਨਤਾ, ਨਾ ਸਮਝ। ਬਸ 2 ਮਿੰਟਾਂ 'ਚ ਆਪਾਂ ਸਮਾਪਤੀ ਕਰ ਦੇਣੀ ਹੈ। ਜਿਹੜਾ ਮੁੱਖ ਵਾਕ ਆਇਆ ਹੈ, ਕਿਤੇ ਕਹੋ ਵੀ ਬਾਬਾ ਹੁਣ ਹਟਦਾ ਹੀ ਨਹੀਂ ਹੈ ਵੀ ਅਸੀਂ ਘਰਾਂ ਨੂੰ ਜਾਣਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਮੈਂ ਇਸ ਲਈ ਬੇਨਤੀ ਕਰ ਰਿਹਾ ਵੀ ਸੰਗਤ ਆ ਰਹੀ ਹੈ, ਫਿਰ ਕਮੇਟੀ ਵਾਲਿਆਂ ਨੇ ਕਹਿਣਾ ਬਾਬੇ ਤੂੰ ਹਟ ਵੀ ਗਿਆ, ਤੂੰ ਥੱਕ ਵੀ ਗਿਆ ਐਡੀ ਛੇਤੀ। ਇਸ ਵਾਸਤੇ ਬਾਅਦ ਵਿੱਚ ਅੱਧਾ ਘੰਟਾ ਕੀਰਤਨ ਵੀ ਕਰਨਾ, ਰਾਗੀ ਸਿੰਘਾਂ ਨੇ ਉਹ ਵੀ ਤੁਹਾਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ, ਸਤਿਗੁਰੂ ਜੀ ਬਖਸ਼ਿਸ਼ਾਂ ਕਰਨਗੇ। ਕਿਉਂਕਿ ਰਾਤ ਵੀ ਆਪਾਂ ਦੀਵਾਨ ਸ਼ਰਵਣ ਕੀਤੇ ਨੇ, ਰਾਤ ਵੀ 1.5 ਘੰਟਾ ਉਹ ਆਪਾਂ ਕਥਾ ਕੀਤੀ, ਗੁਰੂ ਸਾਹਿਬ ਨੇ ਕਰਵਾਈ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਖੀਰਲੇ ਬਚਨ ਨੇ, ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਕੋਈ ਬੰਦਾ ਗੱਲ ਕਰਦਾ ਹੋਵੇ ਨਾ ਗੱਲ, ਤੇ ਉਹਦੀ ਗੱਲ ਜੇ ਪੂਰੀ ਨਾ ਹੋਵੇ ਤੇ ਜੇ ਤੁਸੀਂ ਤੁਰ ਪਓ, ਤੁਸੀਂ ਆਪ ਹੀ ਮਹਿਸੂਸ ਕਰਿਓ ਵੀ ਕਿੰਨਾ ਗੁੱਸਾ ਚੜ੍ਹਦਾ ਹੈ ਵੀ ਮੈਂ ਗੱਲ ਸ਼ੁਰੂ ਕੀਤੀ ਹੈ ਤੇ ਇਹ ਤਾਂ ਬਹੁਤ ਵੱਡੀ ਬੇਇੱਜ਼ਤੀ ਹੈ। ਇਸ ਲਈ ਗੁਰੂ ਦੇ ਸ਼ਬਦ ਦੀ ਕਥਾ ਚੱਲ ਰਹੀ ਹੈ ਤੇ ਮੈਂ ਸੋਚਣਾ ਵੀ ਜੇ ਵਿਚਾਲੇ ਛੱਡਤੀ, ਗੁਰੂ ਦੀ ਨਰਾਦਰੀ ਵੀ ਇਹ ਬਹੁਤ ਵੱਡੀ ਹੈ। ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਅਸੀਂ ਅਗਿਆਨੀ ਆ, ਸਾਨੂੰ ਸਮਝ ਕੋਈ ਨਹੀਂ। ਅਲਪ ਦੇ ਅਰਥ ਨੇ ਮਤ ਵੀ ਸਾਡੇ ਕੋਲ ਕੋਈ ਨਹੀਂ। ਗੁਰੂ ਨੂੰ ਇਹ ਕਹਿਣਾ ਆ ਕੇ ਵੀ ਪਾਤਸ਼ਾਹ ਸਾਡੇ ਕੋਲ ਕੋਈ ਮਤ ਨਹੀਂ, ਸਾਡੇ ਕੋਲ ਕੋਈ ਅਕਲ ਨਹੀਂ, ਅਸੀਂ ਤੇ ਤੁਹਾਡੇ ਕੋਲੋਂ ਮਤ ਲੈਣ ਆਏ ਹਾਂ। ਇੱਥੇ ਮਤ ਦੇਣੀ ਨਹੀਂ, ਇੱਥੇ ਮਤ ਲੈਣੀ ਹੈ। ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਸੀਂ ਤਾਂ ਆਪਣਾ ਬਿਰਦ ਦੇ ਅਰਥ ਨੇ ਤੁਹਾਡਾ ਪੁਰਾਣਾ ਸੁਭਾਅ ਹੈ ਕਿ ਤੁਸੀਂ ਰੱਖਿਆ ਕਰਦੇ ਹੋ, ਤੁਸੀਂ ਆਪਣੀ ਜਿਹੜੀ ਮਰਜ਼ਾਦਾ ਹੈ ਉਹ ਨਿਭਾਉਂਦੇ ਹੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਸੁਹੇਲੇ ਦੇ ਅਰਥ ਨੇ ਸੁੱਖ ਦੇਣ ਵਾਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਜਿਹਦੇ ਕੋਲ ਤੁਸੀਂ ਜਾਂਦੇ ਹੋ ਉਸੇ ਦੀ ਤੁਸੀਂ ਆਸ ਲਾਈ ਹੁੰਦੀ ਹੈ। ਇਹ ਦੋਵੇਂ ਬਚਨ ਆ ਗਏ, ਤੁਮਰੀ ਸ਼ਰਨ ਤੁਮਾਰੀ ਆਸਾ। ਸਤਿਗੁਰੂ ਜੀ ਜੇ ਤੁਹਾਡੀ ਸ਼ਰਨ ਵਿੱਚ ਆਏ ਆ ਤੇ ਆਸ ਵੀ ਹੁਣ ਤੁਹਾਡੇ ਤੇ ਰੱਖੀ ਹੈ। ਆਈਏ ਆਪਾਂ ਗੁਰੂ ਕੋਲ ਤੇ ਆਸ ਰੱਖੀਏ ਕਿਸੇ ਹੋਰ ਕੋਲ। ਅਰਦਾਸ ਇੱਥੇ ਕਰੀਏ, ਮੁੱਖ ਵਾਕ ਇੱਥੋਂ ਲਈਏ ਸੁਣੀਏ, ਬੇਨਤੀ ਜੋਦੜੀ ਇੱਥੇ ਕਰੀਏ ਤੇ ਆਸ ਕਿਸੇ ਹੋਰ ਥਾਂ ਤੇ ਰੱਖੀਏ। ਫਿਰ ਪਾਤਸ਼ਾਹ ਕਹਿੰਦੇ ਨਹੀਂ, ਇਹ ਅਗਿਆਨਤਾ। ਪਰ ਇੱਥੇ ਗੁਰੂ ਸਾਹਿਬ ਕਹਿੰਦੇ ਤੁਮਰੀ ਸ਼ਰਨ ਤੁਮਾਰੀ ਆਸਾ। ਸਤਿਗੁਰੂ ਜੀ ਤੁਹਾਡੀ ਹੋਈ ਸ਼ਰਨ ਵਿੱਚ ਆਏ ਆ ਤੇ ਹੁਣ ਆਸ ਵੀ ਤੁਹਾਡੇ ਤੇ ਲਾਈ ਹੈ। ਤੇ ਅਖੀਰ ਵਿੱਚ ਕਹਿੰਦੇ ਤੁਮ ਹੀ ਸੱਜਣ ਸੁਹੇਲੇ। ਜੇ ਤੁਹਾਡੀ ਸ਼ਰਨ ਵਿੱਚ ਆਏ ਆ, ਤੁਹਾਡੇ ਤੇ ਆਸ ਲਾਈ ਹੈ ਤੇ ਇਹ ਵੀ ਪਤਾ ਹੈ ਕਿ ਸੁੱਖ ਵੀ ਇੱਥੋਂ ਹੀ ਮਿਲਣਾ ਹੈ।
खुशी भी इत्थों ही मिलनी है। राखो रखनिहार दयाला, नानक घर के गोले। सतगुरु जी तुसी दया दे घर हो, रखिया करन वाले हो, प्रतिपालना करन वाले हो। शब्द प्रतिपालक तो शुरू होया, समाप्ति भी उथे ही। तुम दाते ठाकुर प्रतिपालक, नायक खसम खसम हमारे। ते अखीर विच भी कहंदे राखो रखनहार दयाला, नानक घर के गोले। एक हुंदा है गोला, एक हुंदा है नौकर। नौकर जिहड़ा रखिया वो नौकरी विचाले छड्ड के तुहाडा बनदा हिसाब करके वो जा सकदा है। गोला हुंदा ना जिहड़ा गोला, नानक गुलाम घर का जी आए भावे मार। जिहड़ा गुलाम हुंदा है ना वो कदे भी अपने मालक नूं छड्ड के नहीं जांदा। असीं गुरु दे नौकर नहीं बनना, नौकर तां जदों मर्जी छड्ड के भाजे। असीं बनना है गुरु दे दर दे गुलाम। ते गुरु अर्जन देव महाराज कहंदे परमात्मा हे सतगुरु असीं तुहाडे दर दे गोले हाँ, असीं मर तां सकदे हां पर तुहानूं छड्ड के नहीं जा सकदे। तुमरी शरण तुमारी आसा, तुम ही सज्जन सुहेले। राखो रखनिहार दयाला, नानक घर के गोले। सतगुरु जी रहमत करन, बख्शिश करन। इन्नी हाजरी आप समूह संगत ने प्रवान करनी। सो आप समुचियां सिख संगतां नूं नवें साल दी बहुत बहुत मुबारक, बहुत बहुत वधाइयां होण। आउण वाला समा आप जी दे जीवन लई दरों घरों गुरसिੱਖੀ सेवा सिमरन नाम दी दात गुरु साहिब जी बख्शिश करन। सो जिथे अज आपां नवां साल मना रहे हैं उत्थे कौम के महान शहीद जथेदार भाई साहब भाई गुरदेव सिंह जी कौम के बहुत वड्डे महान योधे होए ने, जिन्हां नूं लंघ चुके समय दे विच वो इतिहास उन्होंने दोहराया जिद्दां भाई मनी सिंह का बंद बंद कटिया सी, बाबा बंदा सिंह बहादुर दीयां अखां तक कढ़ियां सी, देग दे विच गुरु अर्जन देव महाराज नूं उबाल दिता सी। इदां ही इस योधे की बहुत वड्डी कुर्बानी है। बहुत जालम सरकार ने तसीहे दे के उन्होंने अज 1 जनवरी अज दे दिन उन्हां दी शहादत हुई सी। उन्होंने भी कोट कोट प्रणाम है। वाहिगुरु जी का खालसा, वाहिगुरु जी की फतेह। आओ हुण हजूरी रागी जथे पासों अद्धे घंटे वास्ते आप जी नूं इलाही रब्बी गुरबाणी शब्द कीर्तन द्वारा निहाल करनगे। उपरंत गुरु चरनां दे विच शुकराने वजों अरदास बेनती। वाहिगुरु जी का खालसा, वाहिगुरु जी की फतेह।